किसान अंदोलन ਦੇ ਵਿੱਚ ਆਮ ਤੌਰ ਤੇ ਸਾਡੇ ਬਹੁਤ ਸਾਰੇ ਰਾਜਨੀਤਿਕ ਆਗੂ ਉਹ ਸਿਆਸੀ ਰੋਟੀਆਂ ਸੇਕ ਨਹੀਂ ਸਕੇ ਤੇ ਸਟੇਜਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ ਤੇ ਇਸ ਤੋਂ ਇਲਾਵਾ ਉਹ ਕੋਈ ਕੰਮ ਕਰ ਨਹੀਂ ਸਕੇ। ਪਰ ਸੁਖਪਾਲ ਸਿੰਘ ਖਹਿਰਾ ਉਹ ਆਗੂ ਸਨ ਜਿਨ੍ਹਾਂ ਨੇ ਗਾਹੇ ਬਗਾਹੇ ਵੱਖਰੇ ਮੁੱਦਿਆਂ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਿਆ ਤੇ ਖੜੇ ਹੋਏ। ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਸ਼ਾਮਲ ਕੀਤਾ ਗਿਆ ਤੇ ਭਗਵੰਤ ਮਾਨ ਦੀ ਉਦੋਂ ਵਾਲੀ ਵੀਡੀਓ ਕੱਢ ਕੇ ਦੇਖ ਲਓ ਤਾਂ ਭਗਵੰਤ ਮਾਨ ਦੇ ਹਾਵ ਭਾਵ ਜਿਹੜੇ ਨੇ ਉਹਨਾਂ ਨੂੰ ਗੌਰ ਨਾਲ ਵੇਖਿਆ ਜਾਵੇ ਤੇ ਉਹ ਖੁਸ਼ ਨਹੀਂ ਸਨ। ਜਦੋਂ ਇਹ ਸੁਖਪਾਲ ਸਿੰਘ ਖਹਿਰਾ ਨੇ ਗੱਲ ਉਠਾਈ ਹੈ, ਪਤਾ ਸਰਕਾਰ ਨੂੰ ਵੀ ਹੈ, ਭਗਵੰਤ ਮਾਨ ਖੁਦ ਕਹਿ ਚੁੱਕੇ ਨੇ ਕਿ 25-30 ਹਜ਼ਾਰ ਕਰੋੜ ਦਾ ਮਾਲ ਤਾਂ ਚੰਡੀਗੜ੍ਹ ਦੇ ਲਾਗੇ ਪਿਆ। VIP ਸੁਰੱਖਿਆ ਨੂੰ ਵਾਪਸ ਲੈ ਜਾਣਾ ਮੈਂ ਸਮਝਦਾ ਸ਼ਲਾਘਾਯੋਗ ਫੈਸਲਾ ਹੈ, ਪਰ ਇਸ ਨਾਲ ਕੁਝ ਜ਼ਿੰਮੇਵਾਰੀ ਜ਼ਰੂਰ ਸਰਕਾਰ ਤੇ ਪਏਗੀ। ਕਿਸੇ ਨੂੰ ਵੀ ਜਿਸ ਨੂੰ ਖਤਰਾ ਹੋਵੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨਾ ਜਾਣਾ, ਭਾਵੇਂ ਕੋਈ ਪ੍ਰਾਈਵੇਟ ਵਿਅਕਤੀ ਹੀ ਹੋਵੇ, ਉਸ ਨੂੰ ਕਿਸ ਤਰ੍ਹਾਂ ਦਾ ਪੈ ਜਾਵੇ ਤੇ ਸਰਕਾਰ ਜਿਹੜੀ ਹੈ ਉਹ ਉਸ ਦਾ ਫਰਜ਼ ਬਣਦਾ ਹੈ ਕਿ ਜਾਨ ਮਾਲ ਦੀ ਸੁਰੱਖਿਆ ਕਰੇ। ਆਮ ਆਦਮੀ ਪਾਰਟੀ ਦੇ ਬਾਰੇ ਇਹ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕ ਬਦਲਾਅ ਦੀ ਉਮੀਦ ਰੱਖ ਰਹੇ ਨੇ ਤੇ ਆਮ ਆਦਮੀ ਪਾਰਟੀ ਜੇ ਇਸੇ ਲਾਈਨਾਂ ਤੇ ਚੱਲ ਕੇ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕਾਰਵਾਈ ਕਰੇਗੀ ਤੇ ਫਿਰ ਚੰਗੀ ਗੱਲ ਨਹੀਂ। ਪੁਰਾਣੇ ਮੋਟਰਸਾਈਕਲ ਨੂੰ ਮਾੜਾ ਮੋਟਾ ਉਹਨੂੰ ਠੀਕ ਠਾਕ ਕਰਕੇ ਕਰਵਾ ਕੇ ਉਹ ਮੋਟਰਸਾਈਕਲ ਦਾ ਅਗਲਾ ਹਿੱਸਾ ਰੱਖ ਲਿਆ ਜਾਂਦਾ ਹੈ, ਰੇਹੜੀ ਨੁਮਾ ਚੀਜ਼ ਜਿਹੜੀ ਹੈ ਬਣਾ ਲਈ ਜਾਂਦੀ ਹੈ ਤੇ ਫਿਰ ਉਸ ਦੇ ਉੱਪਰ ਸਮਾਨ ਵਗੈਰਾ ਢੋਇਆ ਜਾਂਦਾ। ਉਹਨਾਂ ਤੇ ਸ਼ਿਕੰਜਾ ਕੱਸਣ ਲਈ ਸਰਕਾਰ ਨੇ ਬੜਾ ਡਾਢਾ ਹੁਕਮ ਜਿਹੜਾ ਜਾਰੀ ਕੀਤਾ। ਸਾਡੀ ਸੁਪਰੀਮ ਕੋਰਟ ਦੇ ਇੱਕ ਜਸਟਿਸ ਨੇ ਕਾਫੀ ਸਾਲ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਸਾਡੇ ਦੇਸ਼ ਦੇ ਹਾਈਵੇਜ਼ ਨੂੰ ਓਵਰਲੋਡ ਗੱਡੀਆਂ ਨੇ ਖਾ ਲਿਆ। ਜਿਨ੍ਹਾਂ ਟਰੱਕਾਂ ਦੇ ਵਿੱਚ ਤੂੜੀ ਵਗੈਰਾ ਲੱਦੀ ਜਾਂਦੀ ਹੈ ਤੇ ਉਹਨਾਂ ਨੂੰ ਕਦੇ ਗੌਰ ਨਾਲ ਦੇਖੋ ਉਹਨਾਂ ਦੀ ਬੋਡੀ ਦੀ ਵਿਡਥ ਜਿਹੜੀ ਹੈ ਕਿੰਨੀ ਹੁੰਦੀ ਹੈ, ਉਸ ਨੂੰ ਕੌਣ ਪਾਸ ਕਰਦਾ ਹੈ। ਬਿਆਨ ਦੇ ਦਿੱਤਾ, ਹੁਕਮ ਚਾੜ ਦਿੱਤਾ, ਗਰੀਬਾਂ ਦੇ ਕਾਰਵਾਈ ਹੋ ਜੂ, ਪਰ ਵੱਡੇ ਲੋਕ ਵੱਡੀਆਂ ਮੱਛੀਆਂ ਤੇ ਕਾਰਵਾਈ ਕਰਨ ਦੀ ਲੋੜ ਹੈ। NGT ਦਾ ਦਿੱਲੀ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਜਿਹੜਾ ਹੁਕਮ ਹੈ ਉਸ ਦੇ ਮੁਤਾਬਕ ਦਿੱਲੀ ਵਿੱਚ 10 ਸਾਲ ਤੋਂ ਵੱਧ ਪੁਰਾਣੀ ਕੋਈ ਵੀ ਡੀਜ਼ਲ ਗੱਡੀ ਜਿਹਦੇ ਵਿੱਚ ਟਰੈਕਟਰ ਵੀ ਸ਼ਾਮਲ ਨੇ ਉਹਨਾਂ ਨੂੰ ਨਹੀਂ ਚਲਾਇਆ ਜਾ ਸਕੇਗਾ। ਕਹਾਵਤ ਹੈ ਨਾ ਪੰਜਾਬੀ ਦੀ ਕਿ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ। ਪਰ ਇਹ ਕਦੇ ਵੀ ਸਮੱਸਿਆ ਨੂੰ ਜੜ ਤੱਕ ਲਿਜਾ ਕੇ ਉਸ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ ਜਾਂਦਾ। ਓਪਰੇ ਡਿਸੀਜਨ ਫੈਸਲੇ ਜਿਹੜੇ ਨੇ ਲੋਕਾਂ ਤੇ ਥੋਪ ਦਿੱਤੇ ਜਾਂਦੇ ਨੇ। ਟਰੈਕਟਰਾਂ ਦੇ ਬਾਰੇ ਰੌਲਾ ਪਿਆ ਹੋਇਆ, ਲੇਕਿਨ ਰਾਕੇਸ਼ ਟਕੈਤ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਭਾਜਪਾ ਵਿੱਚ ਵੀ ਬਹੁਤ ਸਾਰੇ ਆਗੂ ਜਿਹੜੇ ਨੇ 10 ਸਾਲ ਤੋਂ ਜ਼ਿਆਦਾ ਜਿਹੜੇ ਉਹਨਾਂ ਨੂੰ ਸਮਾਂ ਹੋ ਗਿਆ ਤੇ ਉਹਨਾਂ ਨੂੰ ਵੀ ਹੁਣ ਰਿਟਾਇਰ ਕਰ ਦੇਣਾ ਚਾਹੀਦਾ। ਵੱਡੇ ਸ਼ਹਿਰਾਂ ਵਿੱਚ ਅਰਜ਼ੀਆਂ ਦੀਆਂ ਲਾਈਨਾਂ ਲੱਗ ਗਈਆਂ ਨੇ ਤੇ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਮੀਟਰ ਅਸੀਂ ਕਿਵੇਂ ਤੇ ਕਿਸ ਤਰ੍ਹਾਂ ਲਾਉਣੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਕਿ ਸੁਖਪਾਲ ਸਿੰਘ ਖਹਿਰਾ ਕਿਹੜੀ ਗੱਲੋਂ ਭਗਵੰਤ ਮਾਨ ਨੂੰ ਲਲਕਾਰੇ ਮਾਰ ਰਿਹਾ ਤੇ 10 ਸਾਲ ਪੁਰਾਣੇ ਟਰੈਕਟਰ ਕੌਣ ਬੰਦ ਕਰ ਰਿਹਾ ਤੇ ਕਿਹੜੇ ਵਿਧਾਇਕ ਦੀ ਜਿਹੜੀ ਸੁਰੱਖਿਆ ਆ ਉਹਦੇ ਤੇ ਕੈਂਚੀ ਫਿਰ ਗਈ ਹੈ। ਹੋਰ ਵੀ ਬਹੁਤ ਸਾਰੇ ਮੁੱਦੇ ਡਿਸਕਸ ਕਰਾਂਗੇ ਤੇ ਇਹ ਸਾਰੇ ਮੁੱਦੇ ਡਿਸਕਸ ਕਰਨ ਲਈ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਭੀ। ਸ਼ੁਰੂਆਤ ਕਰਦੇ ਹਾਂ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਤੋਂ। ਭਗਵੰਤ ਸਿੰਘ ਮਾਨ ਜਿਹੜੇ ਨੇ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਨੇ, ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਲਲਕਾਰੇ ਮਾਰ ਰਹੇ ਨੇ। ਕੀ ਹੈ ਜੀ ਪੂਰਾ ਮਾਮਲਾ? ਸੁਖਪਾਲ ਸਿੰਘ ਖਹਿਰਾ ਅਸਲ ਵਿੱਚ ਜਿਸ ਦਿਨ ਤੋਂ ਨਵੀਂ ਸਰਕਾਰ ਬਣੀ ਹੈ ਉਸੇ ਦਿਨ ਤੋਂ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰਾ ਪਾ ਰਹੇ ਨੇ। ਪਹਿਲਾਂ ਜਦੋਂ ਇਸ ਤਰ੍ਹਾਂ ਜਾਪਦਾ ਸੀ ਕਿ ਸ਼ਾਇਦ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਉਹਨਾਂ ਦਾ ਨਾਮ ਅੱਗੇ ਆ ਸਕਦਾ ਹੈ ਜਾਂ ਅੱਗੇ, ਕਿਉਂਕਿ ਉਹ ਪਹਿਲਾਂ ਲੀਡਰ ਆਫ ਆਪੋਜੀਸ਼ਨ ਤੇ ਰਹਿ ਚੁੱਕੇ ਨੇ ਜੀ, ਪਰ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ। ਇੱਕ ਗੱਲ ਹੈ, ਸੁਖਪਾਲ ਸਿੰਘ ਖਹਿਰਾ ਦੀ ਉਹਨਾਂ ਦੀ ਰਾਜਨੀਤਿਕ ਜੀਵਨ ਜਿਹੜਾ ਭਾਵੇਂ ਕਿ ਉਹਨਾਂ ਦੇ ਪਿਤਾ ਜੀ ਦੇ ਨਾਲ ਸ਼ੁਰੂ ਹੋਇਆ ਹੋਵੇ, ਪਰ ਜ਼ਿਆਦਾ ਲੋਕ ਜਿਵੇਂ ਕਹਿੰਦੇ ਨੇ ਨਾ ਕਿ ਜਦੋਂ ਕੋਈ ਬੰਦਾ ਮਸ਼ਹੂਰ ਹੋ ਜਾਂਦਾ ਹੈ ਤੇ ਮਸ਼ਹੂਰ ਹੋਣ ਤੋਂ ਪਹਿਲਾਂ ਉਸ ਨੂੰ ਆਖਿਆ ਜਾਂਦਾ ਹੈ ਕਿ ਫਲਾਣੇ ਦਾ ਪੁੱਤਰ ਹੈ ਜਾਂ ਫਲਾਣੇ ਦਾ ਬੇਟਾ ਹੈ, ਤੇ ਉਹ ਆਖਿਆ ਜਾਂਦਾ ਤੇ ਜਦੋਂ ਉਹ ਬੰਦਾ ਫਿਰ ਇੱਕ ਹੱਦ ਤੋਂ ਅੱਗੇ ਲੰਘ ਜਾਂਦਾ ਤੇ ਆਪਣੀ ਜਗ੍ਹਾ ਕੋਈ ਕ੍ਰੀਏਟ ਕਰ ਲੈਂਦਾ ਤੇ ਫਿਰ ਉਸ ਨੂੰ ਆਖਿਆ ਜਾਂਦਾ ਹੈ ਕਿ ਫਲਾਨਾ ਵੀ ਇਸ ਦਾ ਬਾਪ ਸੀ। ਸਰਦਾਰ ਸੁਖਜਿੰਦਰ ਸਿੰਘ ਪੰਜਾਬ ਵਜ਼ਾਰਤ ਦੇ ਵਿੱਚ ਮੰਤਰੀ ਰਹੇ ਨੇ, ਵੱਡੇ ਆਗੂ ਸਨ, ਅਕਾਲੀ ਦਲ ਵਿੱਚ ਵੀ ਰਹੇ ਨੇ, ਕਾਂਗਰਸ ਵਿੱਚ ਵੀ ਰਹੇ ਨੇ। ਸੁਖਪਾਲ ਸਿੰਘ ਖਹਿਰਾ ਨੇ ਭਾਵੇਂ ਕਿ ਉਹਨਾਂ ਦੇ ਬਣਾਏ ਹੋਏ ਪਲੇਟਫਾਰਮ ਨੂੰ ਵਰਤ ਕੇ ਹੀ ਆਪਣੇ ਹਲਕੇ ਦੇ ਵਿੱਚ ਅੱਗੇ ਵਧੇ ਹੋਣ, ਪਰ ਸੁਖਪਾਲ ਸਿੰਘ ਖਹਿਰਾ ਦੀ ਉਹਨਾਂ ਦੇ ਵਿਰੋਧ ਵਿੱਚ ਵੀ ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਪਾਰਟੀ ਬਦਲ ਲਈ, ਹੋਰ ਕਰ ਲਿਆ, ED ਦਾ ਛਾਪਾ, ਸਭ ਕੁਝ ਹੈ, ਪਰ ਜਦੋਂ ਗੱਲ ਆਉਂਦੀ ਮੁੱਦਿਆਂ ਦੀ ਤੇ ਫਿਰ ਸੁਖਪਾਲ ਸਿੰਘ ਖਹਿਰਾ ਮੁੱਦੇ ਚੁੱਕਣ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ।
ਚਾਹੇ ਉਹ ਕਿਸਾਨ ਅੰਦੋਲਨ ਦੇ ਵਿੱਚ ਆਮ ਤੌਰ ਤੇ ਸਾਡੇ ਬਹੁਤ ਸਾਰੇ ਰਾਜਨੀਤਿਕ ਆਗੂ ਉਹ ਸਿਆਸੀ ਰੋਟੀਆਂ ਸੇਕ ਨਹੀਂ ਸਕੇ ਤੇ ਸਟੇਜਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਸੀ ਤੇ ਇਸ ਤੋਂ ਇਲਾਵਾ ਉਹ ਕੋਈ ਕੰਮ ਕਰ ਨਹੀਂ ਸਕੇ। ਪਰ ਸੁਖਪਾਲ ਸਿੰਘ ਖਹਿਰਾ ਉਹ ਆਗੂ ਸਨ ਜਿਨ੍ਹਾਂ ਨੇ ਗਾਹੇ ਬਗਾਹੇ ਵੱਖਰੇ ਵੱਖਰੇ ਮੁੱਦਿਆਂ ਤੇ ਕਿਸਾਨਾਂ ਦੇ ਨਾਲ ਮੋਢਾ ਜੋੜਿਆ ਤੇ ਖੜੇ ਹੋਏ। ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਸਰਕਾਰ ਵੇਲੇ ਵੀ, ਆਪਣੀ ਕੈਪਟਨ ਸਰਕਾਰ ਵੇਲੇ ਵੀ ਮੁੱਦੇ ਉਠਾਏ ਨੇ ਤੇ ਮੁੱਦਿਆਂ ਨੂੰ ਉਠਾ ਕੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਨੇ। ਕਈ ਜਗ੍ਹਾ ਤੇ ਉਹਨਾਂ ਨੂੰ ਪੈਰ ਪਿਛਾਂਹ ਵੀ ਖਿੱਚਣੇ ਪਏ ਹੋਣਗੇ ਕਿਉਂਕਿ ਆਖਰੀ ਸਮੇਂ ਵਿੱਚ ਉਹ ਕੈਪਟਨ ਦੇ ਖੇਮੇ ਵਿੱਚ ਸ਼ਾਮਲ ਹੋ ਗਏ ਸੀ। ਹੁਣ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਉਹਨਾਂ ਦੀ ਇੱਕ ਤਰਾਸਦੀ ਰਹੀ ਹੈ ਕਿ ਉਹ ਜਦੋਂ ਜਿੱਤ ਗਏ ਨੇ ਤੇ ਉਹ ਪਾਰਟੀ ਨਹੀਂ ਜਿੱਤੀ, ਤੇ ਜਦੋਂ ਜਿਹੜੀ ਪਾਰਟੀ ਵਿੱਚ ਸਨ ਉਦੋਂ ਉਹ ਨਹੀਂ ਜਿੱਤੀ, ਤੇ ਜਦੋਂ ਦੂਸਰੀ ਵਿੱਚ ਚਲੇ ਗਏ ਤੇ ਉਹ ਖੁਦ ਜਿੱਤ ਗਏ ਤੇ ਫਿਰ ਉਹ ਪਾਰਟੀ ਨਹੀਂ ਜਿੱਤੀ। ਖੈਰ, ਵਿਰੋਧੀ ਧਿਰ ਵਿੱਚ ਉਹ ਬੈਠੇ ਨੇ ਇਸ ਵੇਲੇ। ਪਰ ਨਵਜੋਤ ਸਿੰਘ ਸਿੱਧੂ ਦੀ ਜਦੋਂ ਤਾਜਪੋਸ਼ੀ ਕਾਂਗਰਸ ਦੇ ਪ੍ਰਧਾਨ ਵਜੋਂ ਹੁੰਦੀ ਹੈ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਉੱਥੇ ਪਿਛਲੀਆਂ ਕਤਾਰਾਂ ਵਿੱਚ ਵੇਖਿਆ ਗਿਆ। ਮੈਂ ਥੋੜਾ ਜਿਹਾ ਲਮਕਾਵਾਂ ਨਾ ਗੱਲ ਨੂੰ, ਇੱਥੇ ਲਿਆਵਾਂ ਮੁੱਦੇ ਤੇ। ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਆਸ ਸੀ ਕਿ ਮੈਂ ਮੁੱਦੇ ਚੁੱਕਾਂ ਤੇ ਮੈਂ ਗੱਲਬਾਤ ਕਰਾਂ ਤੇ ਮੈਂ ਆਪਣੇ ਆਪ ਨੂੰ ਸਥਾਪਿਤ ਕਰਾਂ। ਇਹਦੇ ਦੋ ਕਾਰਨ ਸਨ, ਇੱਕ ਤੇ ਆਪੋਜੀਸ਼ਨ ਵਿਰੋਧੀ ਧਿਰ ਦੇ ਆਗੂ ਬਣਨ ਦਾ ਮੌਕਾ, ਤੇ ਦੂਸਰਾ ਰਾਣਾ ਗੁਰਜੀਤ ਸਿੰਘ ਖੇਮਾ ਕਿਉਂਕਿ ਭਾਰੀ ਹੋ ਚੁੱਕਾ ਸੀ ਤੇ ਉਹਨਾਂ ਦੇ ਕਈ ਸਾਥੀ ਜਿਹੜੇ ਸੀ ਉਹ ਐਮਐਲਏ ਚੁਣੇ ਗਏ, ਜਿਨ੍ਹਾਂ ਵਿੱਚ ਉਹਨਾਂ ਦਾ ਆਪਣਾ ਬੇਟਾ ਵੀ ਹੈ। ਤੇ ਇਸੇ ਤਰ੍ਹਾਂ ਹੋਰ ਵੀ ਆਗੂ ਜਿਹੜੇ ਸੀ ਉਹ ਆ ਗਏ ਸੀ ਮੁੱਖ ਧਾਰਾ ਦੇ ਵਿੱਚ। ਪਰ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਸੀਟ ਜਿੱਤ ਕੇ ਜਿਹੜੀ ਸੀ ਉਹ ਇੱਜ਼ਤ ਬਚਾ ਲਈ ਸੀ। ਹੁਣ ਲਲਕਾਰੇ ਕਪੂਰਥਲੇ ਤੱਕ ਵੀ ਮਾਰਦੇ ਨੇ, ਭਲੱਥਾਂ ਤੋਂ ਬਾਹਰ ਨਿਕਲ ਕੇ ਜਾਣ ਦੀ ਗੱਲ ਕਰਦੇ ਨੇ। ਪਰ ਸੁਖਪਾਲ ਖਹਿਰਾ ਭਗਵੰਤ ਮਾਨ ਨੂੰ ਗਾਹੇ ਬਗਾਹੇ ਘੇਰ ਰਹੇ ਨੇ। ਭਗਵੰਤ ਮਾਨ ਨਾਲ ਉਹਨਾਂ ਦੀ ਬਹੁਤੀ ਬਣਦੀ ਨਹੀਂ, ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ। ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਸ਼ਾਮਲ ਕੀਤਾ ਗਿਆ ਤੇ ਭਗਵੰਤ ਮਾਨ ਦੀ ਉਦੋਂ ਵਾਲੀ ਵੀਡੀਓ ਕੱਢ ਕੇ ਦੇਖ ਲਓ ਤਾਂ ਭਗਵੰਤ ਮਾਨ ਦੇ ਹਾਵ ਭਾਵ ਜਿਹੜੇ ਨੇ ਉਹਨਾਂ ਨੂੰ ਗੌਰ ਨਾਲ ਵੇਖਿਆ ਜਾਵੇ ਤੇ ਉਹ ਖੁਸ਼ ਨਹੀਂ ਸਨ, ਪਰੇਸ਼ਾਨ ਸਨ। ਤੇ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਅਖੀਰ ਆਮ ਆਦਮੀ ਪਾਰਟੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਾਂ ਉਹ ਨਿਕਲ ਜਾਂਦੇ ਨੇ ਜੋ ਵੀ ਹੈ, ਤੇ ਉਸ ਤੋਂ ਬਾਅਦ ਫਿਰ ਜਿਹੜੇ ਭਗਵੰਤ ਮਾਨ ਖੁੱਲ੍ਹ ਕੇ ਬੋਲਦੇ ਨੇ ਉਹਨਾਂ ਦੇ ਖਿਲਾਫ ਕਿ ਮੈਂ ਕੇਜਰੀਵਾਲ ਸਾਹਿਬ ਨੂੰ ਤੇ ਹੋਰਨਾਂ ਲੋਕਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਬੰਦਾ ਕੰਮ ਦਾ ਨਹੀਂ ਹੈ, ਫਲਾਨੀ ਗੱਲ ਹੈ, ਫਲਾਨੀ। ਖੈਰ, ਪਰ ਹੁਣ ਇਨਫੋਰਸਮੈਂਟ ਦੀ ਵੀ ਗੱਲ ਹੈ, ਸੁਖਪਾਲ ਖਹਿਰਾ ਦੇ ਆਪਣੇ ਮਸਲੇ ਵੀ ਨੇ। ਪਰ ਜਿਹੜੀ ਉਹ ਪੰਚਾਇਤਾਂ ਦੀਆਂ ਜ਼ਮੀਨਾਂ ਜਾਂ ਸਰਕਾਰੀ ਜ਼ਮੀਨਾਂ ਤੇ ਹੋਏ ਕਬਜ਼ੇ ਨੇ ਉਹਨਾਂ ਦੀ ਗੱਲ ਚੇਤੇ ਕਰਵਾ ਰਹੇ ਨੇ ਸਰਕਾਰ ਨੂੰ ਕਿ ਦੇਖੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੰਚਾਇਤਾਂ ਦੀਆਂ ਜ਼ਮੀਨਾਂ ਜਾਂ ਸਰਕਾਰੀ ਜ਼ਮੀਨਾਂ ਜਾਂ ਸ਼ਾਮਲਾਟ ਜ਼ਮੀਨਾਂ ਜਿਨ੍ਹਾਂ ਦੇ ਵਿੱਚ 20 ਕਿਸਮ ਦੀਆਂ ਜ਼ਮੀਨਾਂ ਹੁੰਦੀਆਂ ਨੇ, ਉਹਨਾਂ ਤੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ, ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਜੋ ਆਪਣਾ ਜ਼ਿਲ੍ਹਾ ਵੀ ਹੈ, ਉਹ ਸਭ ਤੋਂ ਵੱਧ ਦੱਸੀਆਂ ਗਈਆਂ। ਥੋੜੇ ਕੁ ਜ਼ਿਲ੍ਹਿਆਂ ਦੀ ਰਿਪੋਰਟ ਆਈ ਸੀ ਕਿ ਹਜ਼ਾਰਾਂ ਏਕੜ ਪਏ ਹੋਏ ਨੇ। ਇਹ ਤੇ ਹਨ ਜ਼ਮੀਨਾਂ, ਹੋ ਸਕਦਾ ਇਹਨਾਂ ਵਿੱਚੋਂ ਕੋਈ ਬੰਜਰ ਕਦੀਮ ਵੀ ਹੋਣ, ਕੋਈ ਗੈਰ ਜਿਹੜੇ ਨੇ ਜਿੱਥੇ ਵਾਹੀਯੋਗ ਨਾ ਹੋਣ, ਤੇ ਹੋਰ ਇਸ ਤਰ੍ਹਾਂ ਦੇ ਕੋਈ ਹੋ ਸਕਦੇ ਨੇ। ਪਰ ਕੋਈ ਪ੍ਰਾਈਮ ਲੈਂਡ ਵੀ ਹੋ ਸਕਦੀਆਂ ਨੇ। ਪ੍ਰਾਈਮ ਲੈਂਡ ਜੋ ਸ਼ਹਿਰਾਂ ਦੇ ਨਜ਼ਦੀਕ ਨੇ, ਜਿਨ੍ਹਾਂ ਦੀ ਕਮਰਸ਼ੀਅਲ ਵੈਲਿਊ ਬਹੁਤ ਜ਼ਿਆਦਾ ਹੋਵੇ, ਉਪਜਾਊ ਵੀ ਹੋ ਸਕਦੀਆਂ ਨੇ, ਉਹ ਸਾਰੀਆਂ ਤੋਂ ਪ੍ਰੋਪਰ ਲਾਹਾ ਨਹੀਂ ਲਿਆ ਜਾ ਰਿਹਾ। ਹੁਣ ਜਦੋਂ ਇਹ ਸੁਖਪਾਲ ਸਿੰਘ ਖਹਿਰਾ ਨੇ ਗੱਲ ਉਠਾਈ ਹੈ, ਪਤਾ ਸਰਕਾਰ ਨੂੰ ਵੀ ਹੈ, ਭਗਵੰਤ ਮਾਨ ਖੁਦ ਕਹਿ ਚੁੱਕੇ ਨੇ ਕਿ 25-30 ਹਜ਼ਾਰ ਕਰੋੜ ਦਾ ਮਾਲ ਤਾਂ ਚੰਡੀਗੜ੍ਹ ਦੇ ਲਾਗੇ ਪਿਆ, ਜਿਸ ਵਿੱਚ ਸੀਸਮਾ ਵਗੈਰਾ ਹੈ, ਤੇ ਮੋਹਾਲੀ ਦੇ ਗ੍ਰੇਟਰ ਮੋਹਾਲੀ ਜਾਂ ਐਕਸਟੈਂਡਡ ਮੋਹਾਲੀ ਦਾ ਏਰੀਆ ਜਿਹੜਾ ਜਾਂ ਨਵਾਂ ਚੰਡੀਗੜ੍ਹ, ਜਿਸ ਨੂੰ ਅਕਾਲੀਆਂ ਨੇ ਪਤਾ ਨਹੀਂ ਕੀ ਸੋਚ ਕੇ ਨਵਾਂ ਚੰਡੀਗੜ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਪੁਰਾਣੇ ਤੇ ਦਾਅਵੇਦਾਰੀ ਛੱਡ ਦੇਣੀ ਹੋਵੇ, ਤੇ ਉਹ ਪੁਰਾਣੇ 'ਚ ਕੋਈ ਨੁਕਸ ਪੈ ਗਿਆ ਸੀ ਜਾਂ ਕੋਈ ਉਹ ਠੀਕ ਨਹੀਂ ਸੀ ਹੋ ਸਕਦਾ। ਸਾਡੀ ਯੂਨੀਵਰਸਿਟੀ ਉੱਥੇ ਸੀ, ਸਾਡੀ ਬਣਾਈ ਹੋਈ PGI ਉੱਥੇ ਸੀ, ਸਾਡੇ ਹੋਰ ਸੰਸਥਾਨ ਉੱਥੇ ਸੀ, ਮੰਡੀ ਬੋਰਡ ਦੇ ਆਫਿਸ ਸਭ ਕੁਝ ਸੀ, ਤੇ ਅਸੀਂ ਨਵਾਂ ਚੰਡੀਗੜ੍ਹ ਬਣਾਉਣ ਬੈਠ ਗਏ ਕਮਰਸ਼ੀਅਲ ਆਸਪੈਕਟ ਦੇ ਹਿਸਾਬ ਨਾਲ। ਤੇ ਬਣਾਇਆ ਕੀ ਹੈ ਉੱਥੇ? ਆਪਣੇ ਹੋਟਲ, ਆਪਣੇ ਫਾਰਮ, ਕੈਪਟਨ ਅਮਰਿੰਦਰ ਸਿੰਘ ਦੇ ਵੀ ਹੈ, ਸੁਖਬੀਰ ਸਿੰਘ ਬਾਦਲ ਨੇ ਵੱਡਾ ਸੁਖ ਵਿਲਾਸ ਬਣਾ ਲਿਆ, ਔਰ ਉਹਨਾਂ ਸਾਰਿਆਂ ਦਾ ਜਿਹੜਾ ਸੀ ਉਹ ਫਿਰ ਪੰਜਾਬੀਆਂ ਨੂੰ ਹਿਸਾਬ ਕਿਤਾਬ ਦੇਣਾ ਪਿਆ। ਤੇ ਹੁਣ ਆ ਕੇ ਇਹ ਜਦੋਂ ਸੱਤਾਧਾਰੀ ਧਿਰਾਂ ਜਿਹੜੀਆਂ ਸੀ ਇਹ ਬਾਹਰ ਹੋਈਆਂ ਨੇ ਉਸ ਜਿਹੜਾ ਪੰਜਾਬ ਦੀ ਰਾਜ ਸਰਕਾਰ ਦੇ ਨਕਸ਼ੇ ਤੋਂ, ਤੇ ਫਿਰ ਭਗਵੰਤ ਮਾਨ ਦੀ ਸਰਕਾਰ ਇਹਨਾਂ ਤੇ ਸ਼ਿਕੰਜਾ ਕੱਸੇਗੀ ਕਿ ਨਹੀਂ ਕੱਸੇਗੀ, ਇਹ ਯਾਦ ਕਰਾ ਰਹੇ ਨੇ ਸੁਖਪਾਲ ਸਿੰਘ ਖਹਿਰਾ ਕਿ ਭਾਈ ਹੁਣ ਸਮਾਂ ਆ ਗਿਆ ਕਿ ਤੁਸੀਂ ਨਕੇਲ ਕੱਸ ਲਓ। ਔਰ ਉਹਨਾਂ ਨੇ ਰਿਪੋਰਟਾਂ ਕੁਝ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ ਪੁਰਾਣੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸਾਹਿਬਾਨ ਨੇ, ਉਹਨਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਉਹਨਾਂ ਨੇ ਜਾਂਚ ਕੀਤੀ ਹੋਈ ਹੈ ਕਿ ਕਿੱਥੇ ਕਿਹੜੀ ਜ਼ਮੀਨ ਕਿਹਦੇ ਕੋਲ ਹੈ ਤੇ ਕਿਸ ਹਿਸਾਬ ਨਾਲ ਉਹ ਕੌਡੀਆਂ ਦੇ ਭਾਅ ਉਹਨਾਂ ਨੂੰ ਦਿੱਤੀ ਗਈ ਹੈ। ਤੇ ਉਹਨਾਂ ਨੂੰ ਫੜੋ ਤੇ ਉਹਨਾਂ ਨੂੰ ਸਾਰਿਆਂ ਨੂੰ ਕਾਬੂ ਕਰਕੇ ਤੇ ਪੰਜਾਬ ਸਰਕਾਰ ਦੀ ਆਮਦਨ ਵਧਾਓ ਤੇ ਜ਼ਮੀਨਾਂ ਛਡਵਾਓ। ਪਰ ਇੰਨਾ ਸੌਖਾ ਕੰਮ ਇਹ ਹੋਣ ਵਾਲਾ ਨਹੀਂ, ਲੰਬੀ ਚੌੜੀ ਲੜਾਈ ਹੈ। ਅਦਾਲਤਾਂ ਵੀ ਹਨ, ਸਟੇ ਵੀ ਆਉਣਗੇ, ਕਾਨੂੰਨੀ ਪ੍ਰਕਿਰਿਆ ਹੈ, ਪਰ ਸਰਕਾਰ ਹੁੰਦੀ ਹੈ ਸਵਲੀਨ। ਸਰਕਾਰ ਦੇ ਕੋਲ ਬਹੁਤ ਸਾਰੇ ਹਥਿਆਰ ਵੀ ਹੁੰਦੇ ਨੇ, ਹੱਥ ਕੰਡੇ ਵੀ ਹੁੰਦੇ ਨੇ, ਤੇ ਟੂਲਸ ਵੀ ਹੁੰਦੇ ਨੇ। ਜੇ ਪ੍ਰੋਪਰ ਲਫ਼ਜ਼ ਅਸੀਂ ਵਰਤ ਲਈਏ, ਹੱਥ ਕੰਡੇ ਸ਼ਾਇਦ ਬੁਰਾ ਜਿਹਾ ਲਫ਼ਜ਼ ਹੋਵੇ, ਪਰ ਟੂਲਸ ਤੇ ਹੁੰਦੇ ਨੇ ਜਿਸ ਨਾਲ ਉਹ ਸਾਰੀ ਗੱਲ ਕਰ ਸਕਦੇ ਨੇ। ਬਾਹਰ ਬੈਠ ਕੇ ਰੌਲਾ ਪਾਉਣਾ ਬੜਾ ਸੌਖਾ ਹੈ। ਅਸੀਂ ਇੱਥੇ ਬੈਠ ਕੇ ਕਹਿ ਸਕਦੇ ਹਾਂ, ਵਿਰੋਧੀ ਧਿਰ ਵਾਲੇ ਕਹਿ ਸਕਦੇ ਨੇ
ਪਰ ਉਹ ਸਰਕਾਰੀ ਫਾਈਲਾਂ ਤੱਕ, ਸਰਕਾਰੀ ਆਰਡਰਸ ਜਿਹੜੇ ਨੇ ਪੁਰਾਣੇ, ਕਿੱਥੇ ਕਿਵੇਂ ਕਿਸ ਨੂੰ ਇਹ ਜਿਹੜਾ ਹੈ ਉਹ ਜ਼ਮੀਨ ਦਿੱਤੀ ਗਈ ਤੇ ਕਿਵੇਂ ਕਿਸ ਭਾਅ ਦੇ ਦਿੱਤੀ ਗਈ ਤੇ ਕਿਹਨਾਂ ਸ਼ਰਤਾਂ ਤਹਿਤ ਦਿੱਤੀ ਗਈ ਤੇ ਕਿਹੜੀ ਬੇਨਾਮੀਆਂ ਜਾਇਦਾਦਾਂ ਨੇ ਜਾਂ ਕਿਸ ਵਿਅਕਤੀ ਦੇ ਨਾਮ ਨੇ, ਸਾਰੇ ਰਿਕਾਰਡ ਤੇ ਹੁਣ ਸਰਕਾਰ ਦੇ ਅਧੀਨ ਨੇ। ਇਹਨਾਂ ਤੇ ਕੰਮ ਹੋਣਾ ਬਣਦਾ ਹੈ। ਹੋਵੇਗਾ ਜਾਂ ਨਹੀਂ ਹੋਵੇਗਾ ਉਹ ਪਤਾ ਨਹੀਂ ਹੈ, ਪਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਸਰਕਾਰ ਨੂੰ ਚੇਤੇ ਕਰਾਇਆ ਕਿ ਤੁਸੀਂ ਫਲਾਨੀਆਂ ਰਿਪੋਰਟਾਂ ਚੁੱਕੋ, ਉਹਨਾਂ ਦੇ ਆਧਾਰ ਤੇ ਕਾਰਵਾਈ ਕਰਨੀ ਸ਼ੁਰੂ ਕਰੋ ਤਾਂ ਕਿ ਪੰਜਾਬ ਨੂੰ ਇਨਸਾਫ ਮਿਲ ਸਕੇ ਤੇ ਪੰਜਾਬ ਦੀ ਹੋਈ ਲੁੱਟ-ਖਸੁੱਟ ਦਾ ਹਿਸਾਬ ਲਿਆ ਜਾ ਸਕੇ। ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਬਦਲਾਅ ਦੀ ਲਾਲਸਾ ਕਰਕੇ ਇਸ ਵਾਰੀ ਸਰਕਾਰ ਵੀ ਬਦਲੀ ਆ, ਤਖਤਾ ਪਲਟਿਆ। ਆਮ ਆਦਮੀ ਪਾਰਟੀ ਜਿਹੜੀ ਉਹ ਐਕਟਿਵ ਵੀ ਨਜ਼ਰ ਆ ਰਹੀ ਹੈ, ਪਰ ਅੱਜ ਜਿਹੜਾ ਉਹਨਾਂ ਨੇ ਸਵੇਰੇ ਫੈਸਲਾ ਕੀਤਾ ਹੈ ਕਿ 184 ਸਾਬਕਾ ਮੰਤਰੀ, ਵਿਧਾਇਕ, ਸਮਾਜਿਕ ਹਸਤੀਆਂ, ਧਾਰਮਿਕ ਹਸਤੀਆਂ ਅਤੇ ਮੰਤਰੀਆਂ ਦੇ ਮੁੰਡੇ ਜਿਹੜੇ ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਵਾਪਸ ਲੈਣ ਦਾ ਆਦੇਸ਼ ਜਿਹੜਾ ਉਹਨਾਂ ਨੇ ਦੇ ਦਿੱਤਾ। ਕਿੱਦਾਂ ਦਾ ਲੱਗਾ ਤੁਹਾਨੂੰ ਇਹ ਸਰਕਾਰ ਦਾ ਫੈਸਲਾ? ਬਿਲਕੁਲ ਸਹੀ ਲੱਗਾ ਇਹ ਫੈਸਲਾ। ਅਗਰ ਤੁਸੀਂ ਉਸ ਸੂਚੀ ਨੂੰ ਗੌਰ ਨਾਲ ਵੇਖੋ, ਹੁਣ ਇੱਥੇ ਸਾਂਝੀ ਦਾ ਚਲੋ ਕਰਨ ਬੈਠਾਂਗੇ ਤਾਂ ਸਮਾਂ ਲੱਗੇਗਾ, ਉਹ ਸੂਚੀ ਨੂੰ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਵੀ, ਅਰਜੁਨ ਬਾਦਲ ਵੀ ਸ਼ਾਮਲ ਹੈ ਜੀ, ਸੁਖਜਿੰਦਰ ਰੰਧਾਵੇ ਦਾ ਮੁੰਡਾ ਵੀ ਹੈ ਜੀ, ਸੁਖਜਿੰਦਰ ਸਿੰਘ ਰੰਧਾਵਾ ਦਾ ਬੇਟਾ ਵੀ, ਹੋਰ ਇਹੋ ਜਿਹੇ ਲੋਕ ਨੇ, ਸਾਬਕਾ ਡੀਜੀਪੀ ਦਾ ਬੇਟਾ ਹੈ, ਹੋਰ ਫੈਮਿਲੀ, ਐਕਸਟੈਂਡਡ ਫੈਮਿਲੀ ਮੈਂਬਰਸ ਨੇ ਜਿਨ੍ਹਾਂ ਦਾ ਸਰੋਕਾਰ ਨਹੀਂ ਹੈ ਔਰ ਖਜ਼ਾਨੇ ਤੇ ਬੋਝ ਬੜਾ ਵੱਡਾ ਪਿਆ ਹੋਇਆ ਹੈ। ਇਹਨਾਂ ਦੀ ਸੁਰੱਖਿਆ, ਵੀਆਈਪੀ ਸੁਰੱਖਿਆ ਨੂੰ ਵਾਪਸ ਲੈ ਜਾਣਾ ਮੈਂ ਸਮਝਦਾ ਸ਼ਲਾਘਾਯੋਗ ਫੈਸਲਾ ਹੈ, ਪਰ ਇਸ ਨਾਲ ਕੁਝ ਜ਼ਿੰਮੇਵਾਰੀ ਜ਼ਰੂਰ ਸਰਕਾਰ ਤੇ ਪਏਗੀ। ਹੁਣ ਜਿਹੜਾ ਸਵਾਲ ਉੱਠ ਰਿਹਾ ਸੀ ਕਿ ਕੇਜਰੀਵਾਲ ਨੂੰ ਸੁਰੱਖਿਆ ਦਿੱਤੀ ਗਈ ਹੈ ਪੰਜਾਬ ਪੁਲਿਸ ਦੀ, ਉਹ ਜਾਂ ਉੱਥੇ ਦੇ ਪੰਜਾਬ ਦੇ ਕਮਾਂਡੋ ਜਿਹੜੇ ਨੇ ਕੇਜਰੀਵਾਲ ਨੂੰ ਸੁਰੱਖਿਆ ਦੇ ਰਹੇ ਨੇ, ਉਹ ਗੱਲ ਕਿਸ ਹੱਦ ਤੱਕ ਸੱਚ ਹੈ? ਦੂਸਰੀ ਗੱਲ ਇੱਕ ਹੋਰ ਹੈ ਕਿ ਮੈਂ ਇਹ ਸਮਝਦਾ ਕਿ ਪਹਿਲੀ ਵਾਰੀ ਜਦੋਂ ਤੋਂ ਆਮ ਆਦਮੀ ਪਾਰਟੀ ਦਾ ਉਭਾਰ ਭਾਰਤ ਦੇ ਵਿੱਚ ਹੋਇਆ ਹੈ, ਦਿੱਲੀ ਦੇ ਵਿੱਚ ਦੂਸਰੀ ਤੀਸਰੀ ਵਾਰ ਉਹਨਾਂ ਦੀ ਸਰਕਾਰ ਬਣੀ ਹੈ, ਪੰਜਾਬ ਵਿੱਚ ਬਣ ਗਈ ਹੈ, ਔਰ ਉਹ ਹੁਣ ਜਿਹੜਾ ਨਕਸ਼ਾ ਹੈ, ਰਾਜਨੀਤਿਕ ਨਕਸ਼ਾ ਭਾਰਤ ਦਾ, ਉਸ ਵਿੱਚ ਉਹ ਕਾਫੀ ਸਟਰੋਂਗ ਪੋਜੀਸ਼ਨ ਦੇ ਵਿੱਚ 2 ਸੂਬਿਆਂ ਦੇ ਵਿੱਚ ਹਨ ਤੇ ਹੋਰ ਸੂਬਿਆਂ ਵਿੱਚ ਸਰਕਾਰ ਬਣਾਉਣ ਦੀਆਂ ਗੱਲਾਂ ਕਰ ਰਹੇ ਨੇ। ਇਹ ਪੁਲਿਸ ਜਿਹੜੀ ਹੈ ਇਹ ਪਹਿਲੀ ਵਾਰੀ ਹੱਥ ਆਈ ਆ ਉਹਨਾਂ ਦੇ, ਇਹ ਜਿਹੜੀ ਕਾਨੂੰਨ ਬਣਾਉਣੇ ਤੇ ਲਾਗੂ ਕਰਵਾਉਣੇ। ਹੁਣ ਦਿੱਲੀ ਦੀ ਗੱਲ ਹੈ, ਦਿੱਲੀ ਪੁਲਿਸ ਦੀ ਅਸੀਂ ਗੱਲ ਕਰਦੇ ਹਾਂ, ਦਿੱਲੀ ਪੁਲਿਸ ਨਾਲ ਆਮ ਆਦਮੀ ਪਾਰਟੀ ਦਾ 36 ਦਾ ਅੰਕੜਾ ਰਿਹਾ ਜੀ। ਅਜੇ ਕੱਲ ਵੀ ਸੁਪਰੀਮ ਕੋਰਟ ਦੇ ਵਿੱਚੋਂ ਦਿੱਲੀ ਪੁਲਿਸ ਨੂੰ ਫਿਟਕਾਰ ਪਈ ਹੈ ਕਿ ਤੁਸੀਂ ਜਿਹੜੇ ਇੱਥੇ ਇੱਕ ਫਲਾਣੇ ਸਮਾਗਮ ਦੇ ਦੌਰਾਨ ਜੋ ਮੁਸਲਮਾਨਾਂ ਦੇ ਖਿਲਾਫ ਹੋਏ ਨਫ਼ਰਤੀ ਭਾਸ਼ਣ ਸੀ, ਉਸ ਵਿੱਚ ਜੋ ਤੁਸੀਂ ਹਲਫਨਾਮਾ ਦਾਇਰ ਕੀਤਾ ਹੈ ਕਿ ਇਹ ਠੀਕ ਹੈ? ਹੁਣ ਜੱਜ ਸਾਹਿਬ ਕਹਿ ਰਹੇ ਨੇ ਦਿੱਲੀ ਪੁਲਿਸ ਨੂੰ ਕਿ ਹਲਫਨਾਮਾ ਤੇ ਚੈੱਕ ਕਰੋ ਆਪਣਾ, ਇਹ ਤੁਸੀਂ ਕੀ ਬਣਾਇਆ। ਜ਼ਾਹਿਰਾ ਤੌਰ ਤੇ ਕੋਈ ਉਹਨਾਂ ਨੂੰ ਬਿਲਕੁਲ 1% ਲੱਗਿਆ ਹੋਵੇਗਾ ਤੇ ਦਿੱਲੀ ਪੁਲਿਸ ਨੂੰ ਇੱਕ ਵਾਰੀ ਨਹੀਂ ਫਿਟਕਾਰ ਪਈ, ਬਾਰ-ਬਾਰ ਪਈ ਹੈ। ਦਿੱਲੀ ਵਿੱਚ ਪੁਲਿਸ ਦਾ ਕੰਟਰੋਲ ਆਮ ਆਦਮੀ ਪਾਰਟੀ ਕੋਲ ਨਹੀਂ ਹੈ ਤੇ ਹੁਣ ਪੰਜਾਬ ਵਿੱਚ ਆਇਆ। ਇਸ ਕੰਟਰੋਲ ਦੇ ਆਉਣ ਤੋਂ ਬਾਅਦ ਇਹਨਾਂ ਨੂੰ ਬੈਲੈਂਸ ਬਣਾਉਣਾ ਪਏਗਾ। ਅਫਸਰਾਂ ਦੇ ਤਬਾਦਲੇ ਪਹਿਲਾਂ ਵੀ ਬਹੁਤ ਵਾਰੀ ਹੋਏ ਨੇ, ਐਸਐਚਓ ਬਦਲ ਕੇ ਇੱਕ ਥਾਂ ਤੋਂ ਦੂਸਰੀ ਜਗ੍ਹਾ ਤੇ ਲਾ ਦਿਓ, ਦੂਸਰੀ ਤੋਂ ਤੀਸਰੀ ਤੇ ਲਾ ਦਿਓ, 6-6 ਮਹੀਨਿਆਂ ਬਾਅਦ ਉਹਨਾਂ ਦੀਆਂ ਬਦਲੀਆਂ ਹੋ ਜਾਂਦੀਆਂ ਨੇ। ਪਰ ਇਹ ਸਿਕਿਉਰਿਟੀ ਵਾਪਸ ਲੈਣ ਨਾਲ ਕੁਝ ਇੱਕ ਸਵਾਲ ਵੀ ਖੜੇ ਹੋਣਗੇ ਕਿ ਜੇ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਖਤਰਾ ਪੈਦਾ ਹੁੰਦਾ ਹੈ ਤੇ ਫਿਰ ਸਰਕਾਰ ਜਵਾਬਦੇਹ ਹੋ ਸਕਦੀ ਹੈ। ਪਰ ਇਹ ਹੈ ਜਿਹੜੇ ਸਮਰੱਥ ਲੋਕ ਨੇ, ਬੀਬੀ ਜਗੀਰ ਕੌਰ ਦੀ ਸਿਕਿਉਰਿਟੀ ਵਾਪਸ ਲੈ ਗਈ ਹੈ। ਬੀਬੀ ਜਗੀਰ ਕੌਰ ਬੇਸਿਕਲੀ ਭਾਵੇਂ ਕਿ ਉਹ ਪੰਜਾਬ ਦੇ ਵਿੱਚ ਮੰਤਰੀ ਵੀ ਰਹਿ ਚੁੱਕੇ ਨੇ, ਪਰ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਸਨ। ਸੰਵਿਧਾਨਿਕ ਅਹੁਦਾ ਉਹਨਾਂ ਕੋਲ ਇਸ ਵੇਲੇ ਕੋਈ ਨਹੀਂ ਹੈ, ਆਪਣੀ ਸੀਟ ਵੀ ਉਹ ਹਾਰ ਗਏ ਨੇ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ। ਹਾਂ, ਜਾਨ ਮਾਲ ਦੀ ਸੁਰੱਖਿਆ, ਕਿਸੇ ਨੂੰ ਵੀ ਜਿਸ ਨੂੰ ਖਤਰਾ ਹੋਵੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨਾ, ਜਿਹੜਾ ਭਾਵੇਂ ਕੋਈ ਪ੍ਰਾਈਵੇਟ ਵਿਅਕਤੀ ਹੀ ਹੋਵੇ, ਉਸ ਨੂੰ ਕਿਸ ਤਰ੍ਹਾਂ ਦਾ ਪੈ ਜਾਵੇ ਤੇ ਸਰਕਾਰ ਜਿਹੜੀ ਹੈ ਉਹ ਉਸ ਦਾ ਫਰਜ਼ ਬਣਦਾ ਹੈ ਕਿ ਜਾਨ ਮਾਲ ਦੀ ਸੁਰੱਖਿਆ ਕਰੇ। ਹੋਰ ਸਰਕਾਰਾਂ ਕਿਸ ਕੰਮ ਲਈ ਹੁੰਦੀਆਂ ਨੇ? ਪਰ ਕੀ ਸਰਕਾਰ ਆਪਣੇ ਇਸ ਫੈਸਲੇ ਨੂੰ ਤਰਕਸੰਗਤ ਬਣਾਉਂਦੇ ਹੋਏ ਹੋਰ ਥਾਵਾਂ ਤੇ ਜਿਹੜੇ ਫਜ਼ੂਲ ਖਰਚੇ ਕੀਤੇ ਜਾ ਰਹੇ ਨੇ, ਜਾਂ ਇਹ ਦੱਸ ਕੇ ਕਿ ਸਿਰਫ ਜਿਹੜੇ ਖਰਚੇ ਘਟਾਉਣ ਲਈ ਕੰਮ ਕੀਤਾ ਜਾ ਰਿਹਾ? 184 ਵੀਆਈਪੀ ਥੋੜੇ ਨਹੀਂ ਹੁੰਦੇ। 184 ਵਿੱਚੋਂ ਮੋਟੇ ਜਾਂ ਗਿਣ ਲਓ ਤੇ ਉਹਨਾਂ ਦੀ ਗਿਣਤੀ ਵੀ ਕਾਫੀ ਬਣਦੀ ਹੈ। ਜੇ ਇਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ ਤਾਂ ਕੁਝ ਕਾਰਨ ਜ਼ਰੂਰ ਰਹੇ ਹੋਣਗੇ। ਪੁਲਿਸ ਆਪਣੀ ਜਾਂਚ ਰਿਪੋਰਟ ਉਹਨਾਂ ਨੇ, ਜਾਂ ਜਿਹੜੇ ਵੱਡੇ ਅਫਸਰ ਨੇ, ਜਾਂ ਹੋਰ ਜਿਹੜੇ ਖੁਫੀਆ ਏਜੰਸੀਆਂ ਨੇ, CID ਵਗੈਰਾ ਜਾਂ ਜੋ ਵੀ ਹੁੰਦੀਆਂ ਨੇ, ਉਹ ਸਾਰਿਆਂ ਨੇ, CIA ਸਟਾਫ ਹੈ, ਸਭ ਕੁਝ ਨੇ ਦੱਸਿਆ ਹੋਵੇਗਾ ਕਿ ਤੁਸੀਂ ਇਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਓ ਤੇ ਕੋਈ ਹਰਜ ਨਹੀਂ। ਤੇ ਇਸੇ ਕਰਕੇ ਮੇਰਾ ਖਿਆਲ ਹੈ ਕਿ ਫੈਸਲਾ ਲਿਆ ਗਿਆ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਵਾਧੂ ਖਰਚੇ ਪੰਜਾਬ ਤੇ ਜਿਹੜੇ ਸੀ ਪਏ ਹੋਏ। ਇਹ ਪੰਜਾਬ ਦੇ ਅਫਸਰ ਜਿਹੜੇ ਨੇ, ਪੰਜਾਬ ਦੀ ਪੁਲਿਸ ਹੈ, ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਹੈ, ਔਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਜਿਹੜਾ ਸਹੀ ਤਰੀਕੇ ਨਾਲ ਚੱਲ ਸਕੇ, ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹਿ ਸਕੇ, ਇਸ ਬਾਰੇ ਧਿਆਨ ਜਿਹੜਾ ਹੈ ਮੈਂ ਉਹ ਦੇਣ ਦੀ ਲੋੜ ਹੈ ਤੇ ਸ਼ਾਇਦ ਇਸੇ ਵਿੱਚ ਚੁੱਕਿਆ ਗਿਆ ਕਦਮ ਹੈ। ਜੀ, ਸਰਗਰਮ ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਬਹੁਤ ਜਲਦ ਹਾਜ਼ਰ ਹੁੰਦੇ ਹਾਂ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਹਾਂ 184 ਸਾਬਕਾ ਮੰਤਰੀ ਜਿਹੜੇ ਨੇ, ਵਿਧਾਇਕ ਨੇ, ਧਾਰਮਿਕ ਹਸਤੀਆਂ, ਸਮਾਜਿਕ ਹਸਤੀਆਂ, ਜਿਨ੍ਹਾਂ ਦੀ ਸੁਰੱਖਿਆ ਤੇ ਕੁਹਾੜਾ ਚੱਲ ਗਿਆ, ਪਰ ਜਿਨ੍ਹਾਂ ਦੀ ਸੁਰੱਖਿਆ ਖੋਈ ਗਈ ਉਹ ਕਹਿੰਦੇ ਸਾਡੇ ਕੋਲ ਬਦਲਾ ਲੈ ਲਿਆ। ਦੇਖੋ, ਗੱਲ ਇਹ ਸਾਰੇ ਕਹਿਣਗੇ ਵਿਰਸਾ ਸਿੰਘ ਵਲਟੋਆ ਦੀ ਗੱਲ ਹੈ। ਉਹਨਾਂ ਨੇ ਕਾਫੀ ਰੌਲਾ ਪਾਇਆ ਇਸ ਮਾਮਲੇ ਤੇ। ਵਿਰਸਾ ਸਿੰਘ ਵਲਟੋਆ ਦੀ ਇੱਕ ਵੀਡੀਓ ਕੋਈ ਸਮਾਂ ਪਹਿਲਾਂ ਸਾਹਮਣੇ ਆਈ ਸੀ, ਜਿਸ ਵਿੱਚ ਉਹ ਆਪਣੇ ਘਰ ਦੇ ਵਿੱਚ ਉਹ ਫਸਟ ਫਲੋਰ ਦੇ ਉੱਪਰ ਖੜੇ ਹੋਏ ਨੇ, ਛੱਤ ਤੇ ਖੜੇ ਨੇ, ਤੇ ਇੱਕ ਪੁਲਿਸ ਅਫਸਰ ਆਪਣੇ ਕੁਝ ਕਰਮਚਾਰੀਆਂ ਦੇ ਨਾਲ ਉਹਨਾਂ ਦੇ ਘਰ ਪਹੁੰਚਦਾ ਹੈ ਤੇ ਉਹਨੂੰ ਕਹਿ ਰਹੇ ਨੇ, ਭਾਈ ਤੂੰ ਨੌਕਰੀ ਕਰਨੀ ਹੈ ਕਿ ਨਹੀਂ। ਫਿਰ ਉਹਨੂੰ ਕਹਿ ਰਹੇ ਨੇ ਕਿ ਤੂੰ ਇਸੇ ਤਰ੍ਹਾਂ ਸਾਡੇ ਘਰ ਆ ਗਿਆ ਹੈ, ਤੂੰ ਇਹ ਦੇਖ ਲੈ, ਬਦਲਾ ਲਓ ਕਾਰਵਾਈਆਂ ਤੂੰ ਕਰ ਰਿਹਾ ਹੈ, ਤੇ ਸਰਕਾਰਾਂ ਹਮੇਸ਼ਾ ਉਹੀ ਨਹੀਂ ਰਹਿੰਦੀਆਂ ਹੁੰਦੀਆਂ, ਸਾਡਾ ਵੀ ਕਦੀ ਸਮਾਂ ਆਉਣਾ ਹੈ। ਹੁਣ ਗੱਲ ਇਹ ਹੈ ਕਿ ਇਹ ਤੁਸੀਂ ਦੇਖੋ, ਪੰਜਾਬ ਦੇ ਵਿੱਚ ਸਿਸਟਮ, ਪੰਜਾਬ ਦੇ ਵਿੱਚ ਕੀ ਸਾਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਸਿਸਟਮ ਕ੍ਰੀਏਟ ਹੋ ਗਿਆ ਕਿ ਇਹ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਹੱਥ ਕੰਡੇ ਜਿਹੜੇ ਹਨ ਉਹ ਬਣਾ ਕੇ ਤੇ ਉਹ ਲੋਕਾਂ ਤੇ ਇਸ ਤਰ੍ਹਾਂ ਕਈ ਵਾਰੀ ਕੀਤਾ ਜਾਂਦਾ, ਬਹੁਤੀ ਵਾਰੀ ਕੀਤਾ ਜਾਂਦਾ। ਇੱਕ ਹੋਰ ਗੱਲ, ਇਹ ਇਕੱਲੀ ਪੁਲਿਸ ਪ੍ਰਸ਼ਾਸਨ ਨਹੀਂ, ਅਸੀਂ ਕਹਿ ਦਿੰਦੇ ਹਾਂ ਸਾਡੀ CBI ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਹੈ, ਰੈਵਨਿਊ ਡਿਪਾਰਟਮੈਂਟ ਹੈ ਜਾਂ ਕੋਈ ਹੋਰ ਹੈ, ਇਹ ਸਾਰੇ ਜਿਹੜੇ ਨੇ ਡਿਪਾਰਟਮੈਂਟ ਜਿਹੜੇ ਨੇ ਸਿੱਧੇ ਸਰਕਾਰ ਦੇ ਅਧੀਨ ਨੇ, ਤੇ ਸਰਕਾਰਾਂ ਜਿਹੜੀਆਂ ਨੇ ਆਪਣੀ ਮਰਜ਼ੀ ਨਾਲ ਇਸ ਨੂੰ ਫਿਰ ਚਲਾਉਂਦੀਆਂ ਨੇ। ਆਮ ਆਦਮੀ ਪਾਰਟੀ ਦੇ ਬਾਰੇ ਇਹ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਲੋਕ ਬਦਲਾਅ ਦੀ ਉਮੀਦ ਰੱਖ ਰਹੇ ਨੇ, ਤੇ ਆਮ ਆਦਮੀ ਪਾਰਟੀ ਜੇ ਇਸੇ ਲਾਈਨਾਂ ਤੇ ਚੱਲ ਕੇ ਬਦਲਾਖੋਰੀ ਦੀ ਭਾਵਨਾ ਨਾਲ ਕੋਈ ਕਾਰਵਾਈ ਕਰੇਗੀ ਤੇ ਫਿਰ ਚੰਗੀ ਗੱਲ ਨਹੀਂ ਹੈ। ਹੁਣ ਕੁਮਾਰ ਵਿਸ਼ਵਾਸ ਦੇ ਘਰ ਪੁਲਿਸ ਭੇਜਣੀ, ਹਲਕਾ ਲੰਬਾ ਦੇ ਘਰ ਪੁਲਿਸ ਭੇਜਣੀ, ਖੈਰ ਨੋਟਿਸ ਹੀ ਦਿੱਤੇ ਨੇ, ਉਹਨਾਂ ਦੇ ਘਰ ਬਾਹਰ ਲਾਏ ਨੇ, ਤੇ ਉਹ ਜਿੱਥੇ ਹਲਕਾ ਲੰਬਾ ਨੇ ਪੇਸ਼ ਹੋਣਾ ਹੈ ਕੋਰਟ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਆਪਣੀ ਇਨਕੁਆਇਰੀ ਦੇ ਸਾਹਮਣੇ ਪੇਸ਼ ਹੋਣਾ, ਤੇ ਉੱਥੇ ਉਹਨਾਂ ਦੇ ਸਮਰਥਕ ਕਹਿ ਰਹੇ ਨੇ ਕਿ ਅਸੀਂ ਸਾਰੇ ਜਿਹੜੇ ਨਾਲ ਜਾਵਾਂਗੇ। ਇਹ ਵੀ ਕੋਈ ਚੰਗੀ ਗੱਲ ਨਹੀਂ। ਹੁਣ ਜੇ ਕੋਈ ਗੱਲ ਹੈ ਤੇ ਭਾਈ ਨਤਾਰਾ ਹੋਣ ਦਿਓ। ਕੁਮਾਰ ਵਿਸ਼ਵਾਸ ਨੇ ਕਿਹੜੀ ਗੱਲ ਨੂੰ ਕਹਿ ਦਿੱਤਾ ਸੀ ਵੋਟਾਂ ਤੋਂ ਪਹਿਲਾਂ ਕਿ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਸੰਬੰਧ ਨੇ, ਕੁਛ ਤਾਂ ਸਬੂਤ ਹੋਣਾ ਚਾਹੀਦਾ। ਕੁਮਾਰ ਵਿਸ਼ਵਾਸ ਜਵਾਬ ਦੇ ਨੇ, ਬੜੀਆਂ ਹੁਣ ਗੱਲਾਂ ਕਰ ਰਹੇ ਨੇ ਕਿ ਪੰਜਾਬ ਵਾਲੇ ਜਾਂ ਹੋਰ ਲੋਕ ਪਛਤਾਉਣਗੇ, ਭਗਵੰਤ ਮਾਨ ਨੂੰ ਨਸੀਹਤ ਦੇ ਰਹੇ ਨੇ। ਚਲੋ ਠੀਕ ਹੈ, ਪੰਜਾਬ ਨੇ ਫੈਸਲਾ ਲਿਆ, ਇਨਕਲਾਬੀ ਫੈਸਲਾ ਵੀ ਹੋ ਨਿਬੜੇਗਾ ਜਾਂ ਗਲਤ ਫੈਸਲਾ ਹੋ ਨਿਬੜੇਗਾ, ਇਸ ਵਿੱਚ ਕੋਈ ਦੋ ਰਾਏ ਨਹੀਂ। ਅਗਲੇ 5 ਸਾਲਾਂ 'ਚ ਪਤਾ ਲੱਗਣਾ, ਪਰ 75 ਸਾਲਾਂ ਦੇ ਵਿੱਚ ਜੋ ਸਾਡੇ ਨਾਲ ਹੋਇਆ, ਇਹ ਉਹ ਕੁਛ ਹੀ ਜਿਹੜਾ ਹੈ ਉਹ ਉਸ ਤਰ੍ਹਾਂ ਦਾ ਸਿਸਟਮ ਹੁਣ ਸਮਝਿਆ ਜਾ ਰਿਹਾ। ਜਿਵੇਂ ਕਿ ਦੇਖੋ, ਹਾਰਿਆ ਹੋਇਆ ਉਮੀਦਵਾਰ ਪਾਰਟੀ ਦਾ ਉਹ MLA ਬਣ ਕੇ ਵਿਚਰਦਾ ਹੈ, ਇਹ ਉਹ ਛਾਪੇ ਮਾਰਦਾ ਹੈ, ਜਾ ਕੇ ਚੈਕਿੰਗ ਕਰਦਾ ਹੈ। ਉਹ ਗੱਲ ਇਹ ਹੈ ਕਿ ਸਿਸਟਮ ਹੀ ਇਸੇ ਤਰ੍ਹਾਂ ਦਾ ਬਣਾ ਦਿੱਤਾ, ਗਰੰਟਾਂ ਵੀ ਉਹੀ ਵੰਡਦਾ ਹੈ, ਔਰ ਜੋ ਜਿੱਤਿਆ ਹੋਇਆ ਜੋ ਵਿਰੋਧੀ ਪਾਰਟੀ ਦਾ ਹੁੰਦਾ ਉਹਨੂੰ ਕੋਈ ਪੁੱਛਦਾ ਨਹੀਂ। ਉਹ ਕੋਈ ਕਿਸੇ ਸਕੂਲ ਦੇ ਉਦਘਾਟਨ ਵਾਸਤੇ ਨਹੀਂ ਜਾਂਦਾ, ਕਿਸੇ ਸਰਕਾਰੀ ਫੰਕਸ਼ਨ ਵਾਸਤੇ ਨਹੀਂ ਜਾਂਦਾ। ਸਿਸਟਮ ਹੀ ਇਹ ਬਣਾ ਦਿੱਤਾ ਗਿਆ। ਇਹ ਹੁਣ ਇਸ ਸਿਸਟਮ ਨੂੰ ਤੋੜਨ ਲਈ ਸਮਾਂ ਲੱਗੇਗਾ, ਪਰ ਜੋ ਲੋਕ ਕਹਿ ਰਹੇ ਨੇ ਕਿ ਸਾਡੇ ਨਾਲ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਜਿਹੜਾ ਇਹ ਕਾਰਵਾਈ ਹੋ ਰਹੀ ਹੈ, ਮੇਰਾ ਖਿਆਲ ਹੈ ਕਿ ਇੱਕ ਸੋਟਾ ਉਹਨਾਂ ਨੂੰ ਆਪਣੇ ਮੰਜੇ ਥੱਲੇ ਵੀ ਫੇਰਨਾ ਚਾਹੀਦਾ ਹੈ ਕਿ ਅਸੀਂ ਅੱਜ ਤੱਕ ਸਰਕਾਰੀ ਤੰਤਰ ਨੂੰ ਇੰਨਾ ਜ਼ਿਆਦਾ ਵਰਤਿਆ, ਅਖੀਰ ਸਾਡੇ ਕੋਲ ਕੀ ਅਧਿਕਾਰ ਨੇ, ਕਿਹੜੇ ਰੀਜ਼ਨ ਨੇ ਜਿਨ੍ਹਾਂ ਕਰਕੇ ਸਾਨੂੰ ਸੁਰੱਖਿਆ ਮਿਲੀ ਹੋਈ ਹੈ। ਕੀ ਜਿਹੜੇ ਧਨਾੜ ਲੋਕ ਨੇ, ਵੈਲ ਆਫ ਲੋਕ ਨੇ, ਕੀ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦੇ? ਜੇ ਇਹੋ ਪ੍ਰਾਈਵੇਟ ਗਨਮੈਨ ਮਿਲ ਜਾਂਦੇ ਨੇ, ਤੁਸੀਂ ਉਹ ਰੱਖੋ, ਤੁਹਾਨੂੰ ਪੁਲਿਸ ਪ੍ਰਸ਼ਾਸਨ ਦੀ ਹੀ ਕਿਉਂ ਲੋੜ ਹੈ? ਇੱਕ ਹੋਰ ਗੱਲ ਹੈ, ਜਦੋਂ ਤੁਹਾਡੀ ਗੱਡੀ ਦੇ ਵਿੱਚ ਪੁਲਿਸ ਦਾ ਵਰਦੀਧਾਰੀ ਕੋਈ ਮੁਲਾਜ਼ਮ ਬੈਠਾ ਹੈ ਤੇ ਫਿਰ ਤੁਹਾਨੂੰ ਜਿਹੜਾ ਹੈ ਉਹ ਪੁੱਛੇਗਾ ਨਹੀਂ ਕੋਈ, ਫਿਰ ਤੁਹਾਨੂੰ ਰੋਕੇਗਾ ਨਹੀਂ ਕੋਈ, ਅਤੇ ਫਿਰ ਤੁਸੀਂ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਜਾ ਸਕਦੇ ਹੋ। ਡਰਾਈਵਰ ਦਾ ਡਰਾਈਵਰ, ਗਨਮੈਨ ਦਾ ਗਨਮੈਨ, ਵਰਕਰ ਦਾ ਵਰਕਰ, ਟੌਰ ਦੀ ਟੌਰ ਹੈ। ਇਹ ਸਾਰਾ ਸਿਸਟਮ ਬੰਦ ਹੋਣਾ ਚਾਹੀਦਾ ਹੈ, ਔਰ ਜੇ ਕਿਸੇ ਨੂੰ ਵਾਕਿਆ ਸੁਰੱਖਿਆ ਦੀ ਲੋੜ ਹੈ ਫਿਰ ਦੇ ਦਿੱਤੀ ਜਾਵੇ। ਪਰ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੈ। ਜੇ ਨਿੱਜੀ ਰੰਜਿਸ਼ ਕਿਸੇ ਦੇ ਨਾਲ ਹੈ ਤਾਂ ਫਿਰ ਉਹ ਭਾਈ ਆਪਣੇ ਹਿਸਾਬ ਨਾਲ ਨਜਿੱਠ ਲਵੇ। ਬੁਲਟ ਪ੍ਰੂਫ ਗੱਡੀਆਂ ਵੀ ਕਈ ਬਣਾਈ ਫਿਰਦੇ ਨੇ, ਬੰਬ ਪ੍ਰੂਫ ਗੱਡੀਆਂ ਵੀ ਬਣਾਈਆਂ ਹੋਈਆਂ ਨੇ, ਫਿਰ ਇਸ ਤਰ੍ਹਾਂ ਦਾ ਇੰਤਜ਼ਾਮ ਰੱਖੋ ਜੀ। ਮਾਨ ਸਰਕਾਰ ਕਦੇ ਮੰਤਰੀ ਜਿਹੜੇ ਸਾਬਕਾ ਮੰਤਰੀ ਤੇ ਵਿਧਾਇਕ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੀ ਹੈ, ਕਦੇ ਅਫਸਰਾਂ ਦੇ ਖਿਲਾਫ ਐਕਸ਼ਨ ਲੈਂਦੀ ਹੈ, ਤੇ ਹੁਣ ਜਿਹੜਾ ਸ਼ਿਕੰਜਾ ਕੱਸਿਆ ਉਹ ਰੇਹੜੀ ਵਾਲਿਆਂ ਦੇ ਖਿਲਾਫ ਕੱਟ ਲਿਆ। ਤੇ ਕਿਤੇ ਕੁਲਦੀਪ ਜੀ ਗਰੀਬ ਮਾਰੀ ਨਾ ਹੋ ਜੇ। ਇਹ ਗੱਲ ਤੁਹਾਡੀ ਠੀਕ ਹੈ। ਅਕਸਰ ਸਵਲੀਨ ਤੁਸੀਂ ਦੇਖਿਆ ਹੋਵੇਗਾ ਕਿ ਪੁਰਾਣੇ ਮੋਟਰਸਾਈਕਲ ਨੂੰ ਮਾੜਾ ਮੋਟਾ ਉਹਨੂੰ ਠੀਕ ਠਾਕ ਕਰਕੇ ਕਰਵਾ ਕੇ ਉਹ ਮੋਟਰਸਾਈਕਲ ਦਾ ਅਗਲਾ ਹਿੱਸਾ ਰੱਖ ਲਿਆ ਜਾਂਦਾ ਹੈ, ਤੇ ਉਸ ਦੇ ਪਿਛਲੇ ਹਿੱਸੇ ਤੋਂ ਉਹਨੂੰ ਜਿਹੜੇ ਇੰਜਣ ਤੋਂ ਚੇਨ ਲੈ ਕੇ ਜਾਂ ਕਿਸੇ ਹੋਰ ਚੀਜ਼ ਦੇ ਨਾਲ ਜਿਹੜਾ ਪਿੱਛੇ ਇੱਕ 2 ਵੀਲ ਲਾ ਕੇ ਇੱਕ ਰੇਹੜੀ ਨੁਮਾ ਚੀਜ਼ ਜਿਹੜੀ ਹੈ ਬਣਾ ਲਈ ਜਾਂਦੀ ਹੈ, ਤੇ ਫਿਰ ਉਸ ਦੇ ਉੱਪਰ ਸਮਾਨ ਵਗੈਰਾ ਢੋਇਆ ਜਾਂਦਾ। ਸਮਾਨ ਕੀ ਢੋਇਆ ਜਾਂਦਾ? ਕੋਈ ਸਬਜ਼ੀ ਵੇਚਦਾ ਹੈ, ਕੋਈ ਮਨਿਆਰੀ ਦਾ ਸਮਾਨ ਵੇਚਦਾ ਹੈ, ਕੋਈ ਇਲੈਕਟ੍ਰੋਨਿਕਸ ਦੇ ਸਮਾਨ ਦੀ ਡਿਲੀਵਰੀ ਕਰਨ ਜਾਂਦਾ ਹੈ, ਕੋਈ ਕਣਕ ਦੀਆਂ 2 ਬੋਰੀਆਂ ਕਿਸੇ ਦੇ ਛੱਡ ਕੇ ਆਉਂਦਾ ਹੈ, ਕੋਈ ਛੋਟਾ ਮੋਟਾ ਸਮਾਨ ਪਿੰਡ ਦੇ ਵਿੱਚ ਲਿਆ ਕੇ ਕਿਸੇ ਦੇ ਭਾਂਡੇ ਆ ਕਿਸੇ ਨੇ ਕੋਈ ਬਾਜ਼ਾਰ 'ਚੋਂ ਖਰੀਦਿਆ ਉਹ ਚੀਜ਼ਾਂ ਲੈ ਕੇ ਆਉਂਦਾ। ਇਹ ਉਹਨਾਂ ਤੇ ਸ਼ਿਕੰਜਾ ਕੱਸਣ ਲਈ ਸਰਕਾਰ ਨੇ ਬੜਾ ਡਾਢਾ ਹੁਕਮ ਜਿਹੜਾ ਜਾਰੀ ਕੀਤਾ। ਵੱਡਾ ਪੱਤਰ ਇੱਕ ਸਰਕਾਰ ਦਾ ਜਿਹੜਾ ਉਹ ਸਾਹਮਣੇ ਆਇਆ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ। ਮੈਂ ਇਸ ਗੱਲ ਦਾ ਹਾਮੀ ਹਾਂ ਕਿ ਕਾਨੂੰਨ ਜਿਹੜਾ ਹੈ ਉਹ ਲਾਗੂ ਹੋਣਾ ਚਾਹੀਦਾ। ਕਾਨੂੰਨ ਦੇ ਵਿੱਚ ਜਿਸ ਵਹੀਕਲ ਦੀ, ਜਿਸ
ਗੱਡੀ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਜਿਸ ਪਰਪਸ ਲਈ ਹੋਈ ਗਈ ਹੈ ਉਸੇ ਲਈ ਵਰਤੀ ਜਾਣੀ ਚਾਹੀਦੀ ਹੈ। ਪਰ ਸਵਾਲ ਫਿਰ ਬਹੁਤ ਵੱਡੇ ਖੜੇ ਹੁੰਦੇ ਨੇ ਕਿ ਕੀ ਇਹ ਰੇਹੜੀ ਵਾਲੇ ਹੀ ਲੱਭੇ ਸੀ? ਤੁਸੀਂ ਦੇਖੋ ਕਿੰਨੇ ਟਿੱਪਰ ਜਿਹੜੇ ਨੇ, ਸਾਡੀ ਸੁਪਰੀਮ ਕੋਰਟ ਦੇ ਇੱਕ ਜਸਟਿਸ ਨੇ ਕਾਫੀ ਸਾਲ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਸਾਡੇ ਦੇਸ਼ ਦੇ ਹਾਈਵੇਜ਼ ਨੂੰ ਓਵਰਲੋਡ ਗੱਡੀਆਂ ਨੇ ਖਾ ਲਿਆ ਜੀ, ਔਰ ਇੰਨਾ ਜ਼ਿਆਦਾ ਓਵਰਲੋਡ ਵਹੀਕਲ ਸੜਕਾਂ ਤੋਂ ਲੰਘਦਾ। ਤੁਸੀਂ ਪੰਜਾਬ ਦੇ ਹੀ ਮੇਨ ਹਾਈਵੇ ਦੇਖ ਲਓ, ਚਾਹੇ ਸਟੇਟ ਦੇਖ ਲਓ, ਚਾਹੇ ਨੈਸ਼ਨਲ ਹਾਈਵੇ ਦੇਖ ਲਓ, ਇੱਕ ਜਿਹੜੇ ਜ਼ਿਆਦਾ ਬਿਜ਼ੀਐਸਟ ਨੇ ਲੁਧਿਆਣਾ ਤੋਂ ਅੰਮ੍ਰਿਤਸਰ ਦੇਖ ਲਓ, ਮੇਰਾ ਖਿਆਲ ਹੈ ਵੀ ਇੱਕ ਦਿਨ ਦਾ ਜਿਹੜਾ ਹੈ 5000 ਟਰੱਕ ਗੁਜ਼ਰਦਾ ਹੋਵੇਗਾ, ਜੇ ਜ਼ਿਆਦਾ ਨਹੀਂ ਤਾਂ ਉਸ ਦੇ ਵਿੱਚੋਂ 4000 ਓਵਰਲੋਡ ਹੁੰਦਾ ਹੈ। ਹੁੰਦਾ ਕਿ ਨਹੀਂ ਹੁੰਦਾ? ਔਰ ਇਸੇ ਤਰ੍ਹਾਂ ਜਿਹੜੇ ਟਰੈਕਟਰ ਜਿਹੜੇ ਨੇ ਕਿਸਾਨਾਂ ਨੂੰ ਦਿੱਤੇ ਜਾਂਦੇ ਨੇ, ਉਹ ਟੈਕਸ ਮਾਫ ਹੁੰਦੀ ਹੈ ਉਹਨਾਂ ਦੀ ਰਜਿਸਟ੍ਰੇਸ਼ਨ, ਜਦੋਂ ਉਹਨਾਂ ਦੀ ਨਵੀਂ ਆਰਸੀ ਬਣਦੀ ਹੈ ਉਸ ਤੇ ਜਿਹੜਾ ਨਵਾਂ ਰੋਡ ਟੈਕਸ ਲੱਗਦਾ ਉਹ ਨਹੀਂ ਲਗਾਇਆ ਜਾਂਦਾ ਕਿਉਂਕਿ ਫਾਰਮਿੰਗ ਵਾਸਤੇ ਨੇ। ਕੀ ਸਾਰੇ ਟਰੈਕਟਰ ਫਾਰਮਿੰਗ ਵਾਸਤੇ ਵਰਤੇ ਜਾ ਰਹੇ ਨੇ? ਉਹ ਟਰੈਕਟਰ ਤੇ ਸ਼ਹਿਰਾਂ ਦੇ ਵਿੱਚ ਢੋਆ-ਢੋਆਈ ਦੇ ਕੰਮ ਤੇ ਲਾਏ ਹੋਏ ਨੇ। ਬਹੁਤ ਸਾਰੇ ਕਮਰਸ਼ੀਅਲ ਪਰਪਸ ਵਾਲੇ ਲੋਕ ਜ਼ਿਮੀਂਦਾਰਾਂ ਦਾ ਬਹਾਨਾ ਲਾ ਕੇ, ਜਿਹੜਾ ਹੈ ਕਿਸਾਨਾਂ ਦਾ ਬਹਾਨਾ ਲਾ ਕੇ ਟਰੈਕਟਰਾਂ ਨੂੰ ਆਪਣੇ ਕੰਮਾਂ ਲਈ ਵਰਤ ਰਹੇ ਨੇ। ਉਹਨਾਂ ਤੇ ਕੀ ਸ਼ਿਕੰਜਾ ਕੱਸਿਆ ਗਿਆ? ਹੁਣ ਓਵਰਲੋਡ ਬੱਸਾਂ ਹੈ, ਓਵਰਸਾਈਜ਼ਡ ਬੱਸਾਂ ਹੈ, ਓਵਰਸਾਈਜ਼ਡ ਵਹੀਕਲ ਨੇ, ਜਿਨ੍ਹਾਂ ਟਰੱਕਾਂ ਦੇ ਵਿੱਚ ਤੂੜੀ ਵਗੈਰਾ ਲੱਦੀ ਜਾਂਦੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਹਲਕਾ ਫੁਲਕਾ ਮਟੀਰੀਅਲ ਲੱਦਿਆ ਹੁੰਦਾ ਹੈ, ਤੇ ਉਹਨਾਂ ਨੂੰ ਕਦੇ ਗੌਰ ਨਾਲ ਦੇਖੋ ਉਹਨਾਂ ਦੀ ਬੋਡੀ ਦੀ ਵਿਡਥ ਜਿਹੜੀ ਹੈ ਕਿੰਨੀ ਹੁੰਦੀ ਹੈ, ਉਸ ਨੂੰ ਕੌਣ ਪਾਸ ਕਰਦਾ ਹੈ? ਕੀ ਉਹਨਾਂ ਤੇ ਸ਼ਿਕੰਜਾ ਕੱਸਣ ਦੇ ਕੋਈ ਹੁਕਮ ਜਾਰੀ ਹੋਏ ਨੇ? ਮਾਝੇ ਖੇਤਰ ਦੇ ਵਿੱਚ ਇੱਕ ਇਸੇ ਤਰ੍ਹਾਂ ਦਾ ਇੱਕ ਵਹੀਕਲ ਜੋ ਹੈ ਪੇਂਡੂਆਂ ਨੇ ਜੁਗਾੜ ਲਾ ਕੇ ਬਣਾਇਆ ਹੁੰਦਾ, ਉਸ ਨੂੰ ਘੁੜਕਾ ਆਖਦੇ ਨੇ। ਉਸ ਦੇ ਉੱਪਰ ਪੀਟਰ ਇੰਜਨ ਲਗਾ ਕੇ, 4 ਰੇੜੇ ਜਿਹੇ ਗੱਡੇ ਦੇ ਉੱਪਰ ਪੀਟਰ ਇੰਜਨ ਲਗਾ ਕੇ ਉਸ ਨੂੰ ਚਲਾਉਂਦੇ ਫਿਰਦੇ ਨੇ। ਕੋਈ ਸਬਜ਼ੀ ਢੋਂਦਾ ਹੈ, ਕੋਈ ਕੁਛ ਕਰਦਾ ਹੈ। ਮੈਂ ਇਸ ਕਰਕੇ ਇਸ ਫੈਸਲੇ ਨੂੰ ਕੰਡੈਮ ਕਰ ਰਿਹਾ ਸਵਲੀਨ। ਮੈਂ ਕਾਨੂੰਨ ਦੇ ਵਿਰੁੱਧ ਨਹੀਂ ਹਾਂ, ਜੇ ਕਰਨੀ ਹੈ ਕਾਰਵਾਈ ਤੇ ਠੋਕ ਕੇ ਕਰੋ, ਸਪਸ਼ਟ ਲਿਖ ਕੇ ਲਾਓ। ਮੈਂ ਅੱਜ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਭਗਵੰਤ ਮਾਨ ਸਰਕਾਰ ਨੂੰ ਤੇ ਸਾਡੇ ਟਰਾਂਸਪੋਰਟ ਮਿਨਿਸਟਰ ਸਾਹਿਬ ਨੂੰ, ਤੁਸੀਂ ਪੰਜਾਬ ਦੇ ਕਿਸੇ ਇੱਕ ਡਿਪੂ ਦੀ, ਇਹ ਵੀ ਗੱਲ ਹੈ, ਕਿਸੇ ਇੱਕ ਡਿਪੂ ਦੀ, ਰੋਡਵੇਜ ਦਾ ਡਿਪੂ ਇੱਕ ਫੜ ਲਓ, ਜੇ ਸਾਰੀਆਂ ਬੱਸਾਂ ਦੀਆਂ ਬ੍ਰੇਕ ਲਾਈਟਾਂ ਮੈਨੂੰ ਚੱਲਦੀਆਂ ਵਿਖਾ ਦਿਓ ਤੇ ਅਸੀਂ ਮੁਆਫੀ ਮੰਗਾਂਗੇ ਤੁਹਾਡੇ ਕੋਲੋਂ। ਬਿਲਕੁਲ ਨਹੀਂ ਹੋਣਗੀਆਂ। ਕਿਸੇ ਦੇ ਇੰਡੀਕੇਟਰ ਨਹੀਂ ਚੱਲਦੇ ਹੋਣਗੇ, ਕਿਸੇ ਦੇ ਸ਼ੀਸ਼ੇ ਪੂਰੇ ਨਹੀਂ ਹੋਣਗੇ, ਡਰਾਈਵਰ ਦੀ ਸੀਟ ਕੰਫਰਟੇਬਲ ਨਹੀਂ ਹੋਏਗੀ, ਉਹ ਗੱਡੀ ਅਨਫਿਟ ਹੋਏਗੀ। ਇਹ ਸਾਰੀਆਂ ਗੱਲਾਂ ਜਿਹੜੀਆਂ ਸਰਕਾਰਾਂ ਨੂੰ ਇਸ ਤੇ ਧਿਆਨ ਦੇਣ ਦੀ ਲੋੜ ਹੈ। ਰੇਹੜੀ ਵਾਲਿਆਂ ਤੇ ਹੁਕਮ ਚਾੜ ਦਿਓ। ਉਹ ਗਰੀਬਾਂ ਨੂੰ ਤੁਸੀਂ ਰੋਜ਼ਗਾਰ ਕਿੱਥੋਂ ਦਿਓਗੇ ਭਾਈ? ਜਿਨ੍ਹਾਂ ਨੇ ਉਹ ਇੰਨੇ ਖਰੀਦ ਲਏ ਨੇ, ਜਿੱਥੇ ਉਹ ਬਣ ਰਹੇ ਨੇ, ਉਹਨਾਂ ਨੂੰ ਕਿੱਦਾਂ ਰੋਕੋਗੇ? ਹੁਣ ਤੁਹਾਨੂੰ ਇੱਕ ਹੋਰ ਹੁਕਮ ਦਾ ਪਤਾ ਹੋਣਾ ਚਾਹੀਦਾ ਕਿ ਪੰਜਾਬ ਵਿੱਚ ਕਾਫੀ ਸਾਲ ਪਹਿਲਾਂ ਤੰਬਾਕੂ ਤੇ ਜਿਹੜਾ ਪ੍ਰੋਡਕਟ ਨੇ ਜਾਂ ਉਹ ਜਿਹੜੇ ਗੁਟਕਾ ਮਸਾਲਾ ਵਗੈਰਾ ਹੁੰਦੇ ਨੇ, ਉਹਨਾਂ ਤੇ ਬੈਨ ਲਗਾ ਦਿੱਤਾ ਗਿਆ ਸੀ। ਤੇ ਕਿੱਥੇ ਨਹੀਂ ਮਿਲਦੇ ਉਹ, ਕਿ ਪਲਾਸਟਿਕ ਤੇ ਬੈਨ ਹੈ, ਤੇ ਪਲਾਸਟਿਕ ਦੱਸੋ ਕਿੰਨੀ ਚਾਹੀਦੀ ਹੈ? ਇਹ ਜਿਹੜੀਆਂ ਚੀਜ਼ਾਂ ਇੱਧਰ ਧਿਆਨ ਦੇਣ ਦੀ ਲੋੜ ਹੈ। ਬਿਆਨ ਦੇ ਦਿੱਤਾ, ਹੁਕਮ ਚਾੜ ਦਿੱਤਾ, ਗਰੀਬਾਂ ਤੇ ਕਾਰਵਾਈ ਹੋ ਜੂ, ਪਰ ਵੱਡੇ ਲੋਕ ਵੱਡੀਆਂ ਮੱਛੀਆਂ ਤੇ ਕਾਰਵਾਈ ਕਰਨ ਦੀ ਲੋੜ ਹੈ। ਜੇ ਵਾਕਿਆ ਹੀ ਲੋਕਾਂ ਨੂੰ ਕੋਈ ਐਗਜ਼ੈਂਪਲਰੀ ਕਿਸੇ ਨੂੰ ਪਨਿਸ਼ਮੈਂਟ ਦੇ ਕੇ ਕੁਝ ਕਰਨਾ ਤੇ ਫਿਰ ਓਵਰਲੋਡਿੰਗ ਬੰਦ ਕਰਵਾਓ। ਵੱਡੇ ਲੋਕਾਂ ਦੇ ਜਿਹੜੇ ਟਰਾਂਸਪੋਰਟੇਸ਼ਨ ਚੱਲ ਰਹੀਆਂ ਨੇ ਉਹਨਾਂ ਤੇ ਕਾਬੂ ਪਾਓ। ਇਹ ਗਰੀਬਾਂ ਤੇ ਨਾਲ ਇਹ ਜਿਹੜਾ ਕੀਤਾ ਗਿਆ ਹੈ, ਜੇ ਸਖਤੀ ਨਾਲ ਸਰਕਾਰ ਜਾਂ ਤਾਂ ਹੁਕਮ ਦਾ ਹੁਕਮ ਹੀ ਰਹੇ ਤੇ ਠੀਕ ਆ, ਜਿਵੇਂ ਬਾਕੀ ਹੁਕਮ ਖੂਜ ਪਏ ਹੋਏ ਨੇ ਠੰਡੇ ਵਾਸਤੇ ਇਹ ਵੀ ਪਿਆ ਰਵੇ, ਤੇ ਜੇ ਸਰਕਾਰ ਇਸ ਨੂੰ ਸਖਤੀ ਨਾਲ ਲਾਗੂ ਕਰਦੀ ਹੈ ਤੇ ਅਸੀਂ ਕੋਈ ਇਸ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਜੀ। ਇਸ ਤੋਂ ਬਾਅਦ ਗੱਲ ਬਿਜਲੀ ਦੇ ਮੀਟਰਾਂ ਦੀ ਵੀ ਕਰਾਂਗੇ, ਕਿਉਂਕਿ ਰੌਲਾ ਇੰਨੀ ਦਿਨੀ ਬਹੁਤ ਪਿਆ ਹੋਇਆ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਟਰੈਕਟਰਾਂ ਦਾ ਜ਼ਿਕਰ ਕਰਦੇ ਸੀ ਤੇ ਖਬਰ ਆਈ ਹੈ ਕਿ 10 ਸਾਲ ਪੁਰਾਣੇ ਜਿਹੜੇ ਟਰੈਕਟਰ ਨੇ ਉਹ ਬੰਦ ਹੋ ਜਾਣੇ ਆ। ਸਵਾਲ ਮੇਰਾ ਇਹ ਹੈ ਕਿ ਟਰੈਕਟਰ ਬੰਦ ਕੌਣ ਕਰ ਰਿਹਾ, ਤੇ ਦੂਜਾ ਸਵਾਲ ਮੇਰਾ ਇਹ ਹੈ ਕਿ ਇਹ ਜਿਹੜਾ ਫੈਸਲਾ ਆ ਇਹਦੇ ਨਾਲ ਕਿਸਾਨੀ ਤੇ ਕਿੱਦਾਂ ਦਾ ਫਰਕ ਪਊਗਾ? ਇੱਕ ਸਰਕਾਰੀ ਸੰਸਥਾ ਹੈ, ਵੈਸੇ ਤਾਂ ਉਹ ਗੈਰ ਸਰਕਾਰੀ ਹੋਣੀ ਚਾਹੀਦੀ ਹੈ, ਇੱਕ ਆਪਣੇ ਆਪ ਦੇ ਵਿੱਚ ਸੋਵਰਨ ਉਹ ਇੱਕ ਸੰਸਥਾ ਹੋਣੀ ਚਾਹੀਦੀ ਹੈ। ਉਹ ਹੈ NGT, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆਪਣੇ ਹਿਸਾਬ ਨਾਲ ਵਾਤਾਵਰਨ ਨੂੰ ਬਚਾਉਣ ਲਈ ਬਹੁਤ ਸਾਰੇ ਫੈਸਲੇ ਜਿਹੜੇ ਆ ਉਹ ਲੈਂਦਾ ਹੈ, ਤੇ ਸਰਕਾਰਾਂ 'ਤੇ ਲਾਗੂ ਹੋ ਜਾਂਦੇ ਨੇ ਉਹ ਫੈਸਲੇ, ਤੇ ਸਰਕਾਰਾਂ ਫਿਰ ਉਹਨਾਂ ਫੈਸਲਿਆਂ 'ਤੇ ਫੁੱਲ ਚਾੜ੍ਹਦੀਆਂ ਨੇ। ਮੈਂ 2017 ਦੇ ਵਿੱਚ ਆਪ ਜੀ ਨੂੰ ਰਿਵਾਈਂਡ ਕਰਨਾ ਚਾਹੁੰਦਾ। NGT ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਵਿੱਚ ਜਿਹੜਾ ਸੀ ਬੈਨ ਲਗਾਇਆ ਹੋਇਆ ਸੀ ਕਿ ਨਵੇਂ ਟਿਊਬਵੈੱਲ ਕਨੈਕਸ਼ਨ ਜਿਹੜੇ ਹਨ ਬਿਜਲੀ ਦੇ ਨਹੀਂ ਦਿੱਤੇ ਜਾ ਸਕਦੇ, ਕਿਉਂਕਿ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਘਟ ਰਿਹਾ ਤੇ ਬਿਜਲੀ ਦੀ ਸਬਸਿਡੀ ਬਹੁਤ ਜ਼ਿਆਦਾ ਅਸੀਂ ਨਹੀਂ ਦੇ ਸਕਦੇ। ਬੇਸਿਕਲੀ ਟ੍ਰਿਬਿਊਨਲ ਦਾ ਕੰਮ ਜਿਹੜਾ ਹੈ ਉਹ ਬਿਜਲੀ ਦੀ ਖਪਤ ਨਾਲ ਸੰਬੰਧਿਤ ਨਹੀਂ ਹੈ, ਉਹ ਵਾਤਾਵਰਨ ਜਾਂ ਪਾਣੀ ਨੂੰ ਬਚਾਉਣ ਹਿੱਤ ਹੀ ਸੀ, ਤੇ ਉਸ ਹਿਸਾਬ ਨਾਲ ਇਹ ਹੁਕਮ ਦਿੱਤਾ ਗਿਆ ਸੀ। ਤੇ ਜਦੋਂ ਚੋਣਾਂ ਆਉਂਦੀਆਂ ਨੇ, 5-6 ਮਹੀਨੇ ਰਹਿ ਜਾਂਦੇ ਨੇ ਚੋਣਾਂ ਹੋਣ ਦੇ ਵਿੱਚ,
ਤੇ ਗ੍ਰੀਨ ਟ੍ਰਿਬਿਊਨਲ ਦਾ ਹੁਕਮ ਆ ਜਾਂਦਾ ਹੈ, ਥੋੜੇ ਸਮੇਂ ਲਈ ਛੋਟ ਦੇ ਦਿੰਦੇ ਆ, ਹੁਣ ਤੁਸੀਂ ਨਵੇਂ ਕਨੈਕਸ਼ਨ ਜਾਰੀ ਕਰ ਸਕਦੇ ਆ। ਤੇ ਅਕਾਲੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਖੂਬ ਕਨੈਕਸ਼ਨ ਵੰਡੇ ਤੇ ਕਨੈਕਸ਼ਨ ਜਾਰੀ ਕੀਤੇ ਗਏ। ਗ੍ਰੀਨ ਟ੍ਰਿਬਿਊਨਲ ਦਾ ਜਿਹੜਾ ਇੰਨੇ ਸਾਲਾਂ ਦਾ ਜਿਹੜਾ ਹੁਕਮ ਸੀ ਉਹ ਖੂਬ ਵਿੱਚ ਜਾ ਪਿਆ। ਹੁਣ ਇਸੇ ਤਰ੍ਹਾਂ NGT ਦਾ ਦਿੱਲੀ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਜਿਹੜਾ ਹੁਕਮ ਹੈ, ਉਸ ਦੇ ਮੁਤਾਬਕ ਦਿੱਲੀ ਵਿੱਚ 10 ਸਾਲ ਤੋਂ ਵੱਧ ਪੁਰਾਣੀ ਕੋਈ ਵੀ ਡੀਜ਼ਲ ਗੱਡੀ ਜਿਹਦੇ ਵਿੱਚ ਟਰੈਕਟਰ ਵੀ ਸ਼ਾਮਲ ਨੇ ਉਹਨਾਂ ਨੂੰ ਨਹੀਂ ਚਲਾਇਆ ਜਾ ਸਕੇਗਾ। ਦਿੱਲੀ ਦੇ ਵਿੱਚ ਟਰੈਕਟਰਾਂ ਦੀ ਹੁਣ ਕਿੰਨੀ ਕੁ ਲੋੜ ਹੈ? ਜੋ ਦਿੱਲੀ NCR ਹੈ ਜਿਸ ਵਿੱਚ ਦਿੱਲੀ ਦੇ ਹੁਕਮ ਲਾਗੂ ਹੁੰਦੇ ਨੇ, ਉਸ ਵਿੱਚ ਬਹੁਤ ਸਾਰੇ ਜ਼ਿਮੀਂਦਾਰ ਵੀ ਨੇ, ਖੇਤੀ ਕਰਨ ਵਾਲੇ ਲੋਕ ਵੀ ਨੇ। ਉਸ ਖੇਤਰ ਦੇ ਵਿੱਚ ਫਿਰ ਟਰੈਕਟਰਾਂ ਨੂੰ 10 ਸਾਲ ਤੋਂ ਬਾਅਦ ਜਿਹੜੇ ਪੁਰਾਣੇ ਹੋ ਜਾਣਗੇ, ਜ਼ਿਮੀਂਦਾਰ ਕਿੱਥੇ ਸੁੱਟਣਗੇ? ਡੀਜ਼ਲ ਗੱਡੀਆਂ ਵਾਲਿਆਂ ਨੂੰ ਤਾਂ ਹੁਣੇ ਫਿਕਰ ਪਿਆ ਹੋਇਆ ਦਿੱਲੀ ਦੇ ਵਿੱਚ। ਸਮੱਸਿਆ ਇਹ ਹੈ ਸਵਲੀਨ ਕਿ ਅਸੀਂ ਇੱਕ ਜਿਵੇਂ ਪੁਰਾਣੀ ਕਹਾਵਤ ਹੈ ਨਾ ਪੰਜਾਬੀ ਦੀ ਕਿ ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜੋ। ਪਰ ਇਹ ਕਦੇ ਵੀ ਸਮੱਸਿਆ ਨੂੰ ਜੜ ਤੱਕ ਲਿਜਾ ਕੇ ਉਸ ਨੂੰ ਹੱਲ ਕਰਨ ਦਾ ਯਤਨ ਨਹੀਂ ਕੀਤਾ ਜਾਂਦਾ। ਓਪਰੇ ਡਿਸੀਜਨ, ਫੈਸਲੇ ਜਿਹੜੇ ਨੇ ਲੋਕਾਂ ਤੇ ਥੋਪ ਦਿੱਤੇ ਜਾਂਦੇ ਨੇ ਕਿ ਅੱਜ ਤੋਂ ਆਹ ਬੰਦ ਕਰ ਦਿਓ। ਲੇਕਿਨ ਉਸ ਦੇ ਪਿੱਛੇ ਅਸਲ ਕਾਰਨ ਕੀ ਹੈ? ਲੋਕਾਂ ਨੂੰ ਬਦਲ ਕੀ ਦਿੱਤੇ ਜਾ ਰਹੇ ਨੇ। ਜੇ ਡੀਜ਼ਲ ਗੱਡੀਆਂ ਨੂੰ ਬੰਦ ਕਰਨਾ ਸੀ ਜਾਂ ਠੀਕ ਹੈ, ਪਰ ਇਸ ਦਾ ਫੈਸਲਾ ਜਿਹੜਾ ਹੈ ਉਹ ਸਾਰੇ ਏਰੀਆ ਵਿੱਚ ਕਿਉਂ ਨਹੀਂ ਲਾਗੂ ਹੁੰਦਾ? ਤੇ ਤੁਸੀਂ ਇੰਨੀਆਂ ਡੀਜ਼ਲ ਗੱਡੀਆਂ ਇੰਨਾ ਸਮਾਂ ਰਜਿਸਟ੍ਰੇਸ਼ਨ ਕਿਉਂ ਹੋਣ ਦਿੱਤੀ? ਹੁਣ ਜਿਨ੍ਹਾਂ ਨੇ 30-30 35-35 ਲੱਖ ਤੱਕ ਦੀਆਂ ਗੱਡੀਆਂ ਵੀ ਡੀਜ਼ਲ ਗੱਡੀਆਂ ਲੋਕਾਂ ਨੇ ਲਈਆਂ ਹੋਈਆਂ ਨੇ, ਜ਼ਿਆਦਾ ਵੀ ਕਰੋੜ ਦੀਆਂ ਵੀ ਹੋਣਗੀਆਂ, ਉਹ ਕਿਹੜੇ ਖੂਹ 'ਚ ਪਾਉਣਗੇ? ਉਹ ਕਿਸ ਭਾਅ ਹੋਏ? ਉਹਨਾਂ ਦੇ ਪੈਸੇ ਕਿੱਥੇ ਜਾਣਗੇ? ਪਰ ਸੋਚਿਆ ਨਹੀਂ ਸਰਕਾਰਾਂ ਨੇ। ਨਾ ਦਿੱਲੀ ਦੀ ਵਸੋਂ ਤੇ ਕੰਟਰੋਲ ਕੀਤਾ ਗਿਆ, ਨਾ ਦਿੱਲੀ ਦੀ ਡਿਵੈਲਪਮੈਂਟ ਤੇ ਕੰਟਰੋਲ ਕੀਤਾ ਗਿਆ। ਵੱਡਾ ਸ਼ਹਿਰ ਹੈ, ਮੈਟਰੋ ਹੈ, ਜੇ ਮੈਟਰੋ ਆ ਦੁਨੀਆ ਦਾ ਸਭ ਤੋਂ ਵੱਡਾ, ਦੂਸਰਾ ਤੀਸਰਾ ਨੰਬਰ ਤੇ ਇੱਦਾਂ ਦੇ ਹੋਰ ਵੀ ਕਈ ਦੁਨੀਆ 'ਚ, ਲਾਹੌਰ 'ਚ ਵੀ ਇਹੋ ਹੀ ਹਾਲ ਹੈ। ਬਹੁਤ ਵੱਡੇ ਸ਼ਹਿਰ ਨੇ ਜਿਨ੍ਹਾਂ ਦਾ ਸਿਰ ਪੈਰ ਹੀ ਕੋਈ ਨਹੀਂ, ਕਿਸੇ ਪਾਸੇ ਸ਼ੁਰੂ ਹੁੰਦੇ ਨੇ, ਕਿੱਥੇ ਖਤਮ ਹੁੰਦੇ ਨੇ ਕੋਈ ਪਤਾ ਨਹੀਂ ਹੈ। ਹੁਣ ਦਿੱਲੀ ਦੇ ਵਿੱਚ ਇੱਕ ਏਅਰਪੋਰਟ ਹੈ, ਸਾਰਾ ਪੰਜਾਬ ਏਅਰਪੋਰਟ ਨੂੰ ਜਾਂਦਾ, ਪਰ ਸਾਰੀ ਦਿੱਲੀ ਜਦੋਂ ਖਤਮ ਹੋ ਜਾਂਦੀ ਹੈ ਤਾਂ ਫਿਰ ਏਅਰਪੋਰਟ ਆਉਂਦੀ ਹੈ। ਇਹ ਸਾਰੀਆਂ ਗੱਲਾਂ ਦਿੱਲੀ ਦੇ ਜਿਸ ਤਰ੍ਹਾਂ ਦਾ ਸ਼ਹਿਰ ਹੈ, ਜਿੰਨਾ ਵੱਡਾ ਸ਼ਹਿਰ ਹੈ, ਉੱਥੇ ਤਾਂ 2 ਦੀਆਂ ਵੀ 3 ਏਅਰਪੋਰਟਸ ਚਾਹੀਦੀਆਂ ਨੇ ਜਿੰਨੀ ਉਹ ਬਿਜ਼ੀ ਹੈ। ਪਰ ਨਹੀਂ, ਇੱਥੇ ਪਹਿਲਾਂ ਸੋਚਿਆ ਨਹੀਂ ਜਾਂਦਾ। ਦਿੱਲੀ ਦੇ ਵਿੱਚ ਕਈ ਵਿਦੇਸ਼ੀ ਟੀਮਾਂ ਖੇਡਣ ਵਾਸਤੇ ਆਈਆਂ ਹੋਈਆਂ, ਇਸ ਕਰਕੇ ਮੁੜ ਗਈਆਂ ਕਿ ਇੱਥੇ ਪੋਲੂਸ਼ਨ ਬਹੁਤ ਜ਼ਿਆਦਾ, ਅਸੀਂ ਨਹੀਂ ਇੱਥੇ ਖੇਡ ਸਕਦੇ, ਸਾਨੂੰ ਸਾਹ ਨਹੀਂ ਜੇ ਆਉਂਦਾ। ਇਹ ਗੱਲਾਂ ਹੁਣ ਜਿਹੜੀਆਂ ਇਹ ਸਾਡੇ ਅੱਗੇ ਆ ਰਹੀਆਂ ਨੇ। ਦੁਨੀਆ ਵਿੱਚ ਬਹੁਤ ਸਾਰੇ ਵੱਡੇ ਸ਼ਹਿਰ ਜਿਹੜੇ ਸੀ ਉਹਨਾਂ ਵਿੱਚ ਇਸ ਤਰ੍ਹਾਂ ਤਰੱਕੀ ਨੂੰ ਰੋਕ ਦਿੱਤਾ ਗਿਆ ਗਾ ਕਿ ਅਸੀਂ ਭਾਈ ਇਸ ਨੂੰ ਹੋਰ ਐਕਸਟੈਂਡ ਨਹੀਂ ਕਰਨਾ, ਇੱਥੇ ਖਾਮਖਾ ਸਾਰਿਆਂ ਨੂੰ ਨਾ ਆਉਣ ਤੇ ਕੋਈ ਹੋਰ ਨਵੇਂ ਸ਼ਹਿਰ ਵਸਾ ਲਓ ਕਿਤੇ ਹੋਰ ਪਾਸੇ ਜਾ ਕੇ। ਦਿੱਲੀ ਨੂੰ ਮੇਨ ਬਚਾਉਣ ਖਾਤਰ ਹੁਣ ਜਿਹੜੇ ਛੋਟੇ-ਮੋਟੇ ਫੈਸਲੇ ਲੈ ਜਾਂਦੇ ਨੇ, ਉਹ ਕੋਈ ਇਸ ਤਰ੍ਹਾਂ ਦੇ ਪੱਕੇ ਫੈਸਲੇ ਵੀ ਨਹੀਂ। ਇੱਕ ਵਾਰੀ ਆ ਜਾਂਦੇ ਨੇ, ਦੂਸਰੀ ਵਾਰੀ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਹੈ। ਕੇਜਰੀਵਾਲ ਸਰਕਾਰ ਵੀ ਇਸ ਮਾਮਲੇ 'ਚ ਬਹੁਤੀ ਕਾਮਯਾਬ ਨਹੀਂ ਹੋਈ ਹੈ, ਫੇਲ ਹੀ ਹੋਈ ਹੈ। ਬਲਕਿ ਈਵਨ ਆਊਟ ਵਾਲਾ ਸਿਸਟਮ ਤੁਹਾਨੂੰ ਪਤਾ ਕਿ ਸ਼ੁਰੂ ਹੋਇਆ ਸੀ, ਫਿਰ ਉਹ ਵੀ ਖਟਾਈ ਵਿੱਚ ਪੈ ਗਿਆ। ਹੁਣ 10 ਸਾਲ ਵਾਲਾ ਰੌਲਾ ਪਿਆ ਹੋਇਆ, ਟਰੈਕਟਰਾਂ ਦੇ ਬਾਰੇ ਰੌਲਾ ਪਿਆ ਹੋਇਆ। ਲੇਕਿਨ ਰਾਕੇਸ਼ ਟਕੈਤ ਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਕਿ 10 ਸਾਲ ਪੁਰਾਣੇ ਟਰੈਕਟਰ ਜਿਹੜੇ ਹਨ ਦਿੱਲੀ ਜਾਂ ਉਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਬੰਦ ਕੀਤੇ ਜਾ ਸਕਦੇ ਨੇ ਜਾਂ ਹੋਰ ਮਹਾਨਗਰਾਂ ਵਿੱਚ ਬੈਨ ਹੋ ਸਕਦੇ ਨੇ ਤੇ ਜ਼ਿਮੀਂਦਾਰਾਂ ਤੇ ਵਾਧੂ ਬੋਝ ਪੈ ਸਕਦਾ ਹੈ ਤੇ ਇਸ ਤਰ੍ਹਾਂ ਦਾ ਨਾਦਰਸ਼ਾਹੀ ਫਰਮਾਨ ਸਰਕਾਰ ਜਾਰੀ ਕਰ ਸਕਦੀ ਹੈ। ਤੇ ਫਿਰ ਰਾਕੇਸ਼ ਟਕੈਤ ਉਹ ਜਿਹੜੇ ਨੇ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਭਾਜਪਾ ਵਿੱਚ ਵੀ ਬਹੁਤ ਸਾਰੇ ਆਗੂ ਜਿਹੜੇ ਨੇ 10 ਸਾਲ ਤੋਂ ਜ਼ਿਆਦਾ ਜਿਹੜੇ ਉਹਨਾਂ ਨੂੰ ਸਮਾਂ ਹੋ ਗਿਆ ਤੇ ਉਹਨਾਂ ਨੂੰ ਵੀ ਹੁਣ ਰਿਟਾਇਰ ਕਰ ਦੇਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੇ ਨੇ। ਸੋ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ, ਪਰ ਅਜੇ ਤੱਕ ਇਹਦੇ ਬਾਰੇ ਸਪਸ਼ਟ ਨਹੀਂ ਹੈ ਕਿ ਕੀ 10 ਸਾਲ ਪੁਰਾਣੇ ਟਰੈਕਟਰਾਂ ਤੇ ਬੈਨ ਲੱਗੇਗਾ। ਹਾਂ, ਡੀਜ਼ਲ ਗੱਡੀਆਂ ਤੇ ਲੱਗ ਚੁੱਕਾ ਹੈ। ਜੇ ਤੁਸੀਂ 10 ਸਾਲ ਪੁਰਾਣੀ ਗੱਡੀ ਬਾਹਰੋਂ ਵੀ ਕਿਤੇ ਡੀਜ਼ਲ ਵਾਲੀ ਲੈ ਕੇ ਜਾਂਦੇ ਹੋ ਦਿੱਲੀ ਵਿੱਚ ਤੇ ਤੁਹਾਨੂੰ ਜੁਰਮਾਨਾ ਹੋਵੇਗਾ ਤੇ ਗੱਡੀ ਵੀ ਇੰਪਾਊਂਡ ਕੀਤੀ ਜਾ ਸਕਦੀ ਹੈ, ਜ਼ਬਤ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੇ ਹੁਕਮ ਆ ਰਹੇ ਨੇ, ਪਰ ਸਰਕਾਰਾਂ ਕੋਈ ਵਧੀਆ ਫੈਸਲੇ ਨਹੀਂ ਲੈ ਰਹੀਆਂ, ਸਿਰਫ ਓਪਰੇ ਜਿਹੇ ਫੈਸਲੇ ਨੇ ਜਿਨ੍ਹਾਂ ਨਾਲ ਆਮ ਲੋਕਾਂ ਨੂੰ ਮਾੜੀ ਮੋਟੀ ਪਰੇਸ਼ਾਨੀ ਹੋਵੇਗੀ। ਕੋਈ ਲੰਬੇ ਸਮੇਂ ਦਾ ਕੋਈ ਚੰਗਾ ਡਿਸੀਜਨ ਨਹੀਂ ਹੈ ਜੀ। ਬਿਜਲੀ ਮੁਫਤ, ਬਿਜਲੀ ਸਸਤੀ, ਬਿਜਲੀ ਦੇ ਪ੍ਰੀਪੇਡ ਮੀਟਰ, ਇਹੋ ਜਿਹੇ ਜਿਹੜੇ ਸ਼ਬਦ ਨੇ ਕਈ ਦਿਨਾਂ ਤੋਂ ਸੁਰਖੀਆਂ 'ਚ ਨੇ ਤੇ ਹੁਣ ਬਿਜਲੀ ਮੀਟਰਾਂ ਨੂੰ ਲੈ ਕੇ ਨਵਾਂ ਹੀ ਸਿਆਪਾ ਪੈ ਗਿਆ। ਕੁਲਦੀਪ ਜੀ, ਉਹ ਤੁਸੀਂ ਦੱਸ ਦਿਓ ਦਰਸ਼ਕਾਂ ਨੂੰ। ਇਹ ਹੋਣਾ ਹੀ ਸੀ ਜਦੋਂ ਇਹ ਕਹਿ ਦਿੱਤਾ ਕਿ 1 ਮੀਟਰ ਦੇ ਉੱਪਰ ਇੰਨੇ ਹੱਦ ਤੱਕ ਯੂਨਿਟ ਜਿਹੜੇ ਨੇ ਮਾਫ ਹੋਣਗੇ। ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਬਜ਼ੁਰਗ ਦੇ ਨਾਂ ਤੇ ਕਨੈਕਸ਼ਨ ਹੁੰਦਾ ਹੈ, ਕਿਸੇ ਵਡੇਰੇ ਦੇ ਨਾਂ ਤੇ, ਘਰ ਦੇ ਵਿੱਚ ਦਾਦੇ ਪੜਦਾਦੇ ਨਾਂ ਤੇ ਕਨੈਕਸ਼ਨ ਲੱਗੇ ਹੋਏ ਨੇ। ਉਹਨਾਂ ਵਿੱਚੋਂ ਕੋਈ ਜ਼ਿੰਦਾ ਹਨ, ਕੁਝ ਨਹੀਂ ਜ਼ਿੰਦਾ। ਹੁਣ ਉਹ ਗਾਂ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਆਪਣੇ ਪਰਿਵਾਰ ਵੀ ਨੇ, ਪਰ ਉਹ ਇੱਕੋ ਮੀਟਰ ਥੱਲੇ ਹਿੱਸੇ ਵੰਡ ਕੇ ਜਿਹੜਾ ਨਾ ਆਪਣਾ ਬਿੱਲ ਵਗੈਰਾ ਦੇ ਦਿੰਦੇ ਨੇ। ਹੁਣ ਜਦੋਂ ਤੋਂ 300 600 400 ਯੂਨਿਟ ਜਿੰਨੇ ਵੀ ਹਨ, ਜੋ ਵੀ ਜਿਹਦੇ ਤੇ ਜਿਹੜੀ ਵੀ ਨੀਤੀ ਲਾਗੂ ਹੁੰਦੀ ਹੈ, ਉਹ ਗੱਲ ਆ ਗਈ ਹੈ ਤੇ ਹੁਣ ਭਾਜਣਾ ਪੈ ਗਈਆਂ ਨੇ ਲੋਕਾਂ ਨੂੰ ਨਵੇਂ ਮੀਟਰ ਲਗਵਾਉਣ ਦੀਆਂ। ਨਵੇਂ ਮੀਟਰ ਲਗਵਾਉਣ ਲਈ ਸ਼ਰਤ ਕਿਵੇਂ ਤੇ ਕਿਸ ਤਰ੍ਹਾਂ ਕਿਹੜੇ ਲੋਕ ਪੂਰੀ ਕਰਦੇ ਨੇ, ਇਹ ਫਿਰ ਮਹਿਕਮੇ ਨੇ ਡਿਸਾਈਡ ਕਰਨਾ। ਹੁਣ ਇੱਥੇ ਰੌਲੇ ਪੈਣਗੇ ਤੇ ਇੰਨੀਆਂ ਜ਼ਿਆਦਾ ਅਰਜ਼ੀਆਂ ਆ ਰਹੀਆਂ ਨੇ ਮਹਿਕਮੇ ਕੋਲ, ਕਹਿੰਦੇ
ਕਿ ਮਹਿਕਮੇ ਵਾਲੇ ਹੱਥ ਖੜੇ ਕਰ ਗਏ ਨੇ ਕਿ ਸਾਡੇ ਕੋਲ ਇੰਨੇ ਮੀਟਰ ਹੀ ਨਹੀਂ, ਨਾ ਇੰਨੀਆਂ ਤਾਰਾਂ ਨੇ, ਇੰਨੀਆਂ ਫਾਈਲਾਂ ਪ੍ਰੋਸੈਸ ਕਰਨ ਲਈ ਸਾਡੇ ਕੋਲ ਸਟਾਫ ਹੀ ਨਹੀਂ। ਪਠਾਨਕੋਟ ਦੀ ਡਿਵੀਜ਼ਨ ਛੋਟੀ ਜਿਹੀ ਹੈ, ਕੋਈ ਵੱਡੀ ਨਹੀਂ ਹੈ। ਹੋਰ ਬੜੇ ਖੇਤਰ ਨੇ, ਲੰਬੇ ਲੰਬੇ ਡਿਵੀਜ਼ਨਸ ਨੇ, ਉਹਨਾਂ ਨਾਲੋਂ ਮੁਕਾਬਲੇ ਛੋਟੀ ਹੈ। ਪਠਾਨਕੋਟ ਦੇ ਵਿੱਚ 2000 ਤੋਂ ਵੱਧ ਅਰਜ਼ੀ ਹੈ, 1-2 ਦਿਨਾਂ ਵਿੱਚ ਹੀ ਆ ਗਈ ਹੈ। ਬਠਿੰਡੇ ਵਿੱਚ ਵੀ ਬਹੁਤ ਸਾਰੀਆਂ ਅਰਜ਼ੀਆਂ ਆ ਗਈਆਂ ਨੇ। ਹੋਰ ਵੱਡੇ ਵੱਡੇ ਸ਼ਹਿਰਾਂ ਵਿੱਚ ਅਰਜ਼ੀਆਂ ਦੀਆਂ ਲਾਈਨਾਂ ਲੱਗ ਗਈਆਂ ਨੇ ਤੇ ਮਹਿਕਮੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਮੀਟਰ ਅਸੀਂ ਕਿਵੇਂ ਤੇ ਕਿਸ ਤਰ੍ਹਾਂ ਲਾਉਣੇ ਨੇ ਤੇ ਫਾਈਲਾਂ ਦੇ ਬਾਰੇ ਫੈਸਲਾ ਹੁਣ ਕੌਣ ਕਰੇਗਾ। ਸਿਫਾਰਿਸ਼ ਵੀ ਚੱਲੇਗੀ ਤੇ ਅੰਡਰ ਦਾ ਟੇਬਲ ਕੁਝ ਹੋਰ ਵੀ ਚੱਲੇਗਾ, ਸਭ ਕੁਝ ਚੱਲਣਾ ਹੈ ਤੇ ਫਿਰ ਮੀਟਰ ਲੱਗ ਸਕਣਗੇ। ਹੁਣ ਕੀ ਕ੍ਰਾਈਟੇਰੀਆ ਹੈ ਸਰਕਾਰ ਦਾ ਜਾਂ ਮਹਿਕਮਾ ਕੀ ਕਹਿੰਦਾ ਹੈ? ਬਿਜਲੀ ਬੋਰਡ ਦਾ ਇਹ ਮੰਨਣਾ ਹੈ ਕਿ ਜਿਸ ਘਰ ਵਿੱਚ ਅਸੀਂ ਇਹ ਫੈਸਲਾ ਲੈਣਾ ਹੈ ਕਿ ਇੱਥੇ ਮੀਟਰ ਲਾਉਣਾ ਹੈ ਕਿ ਨਹੀਂ ਲਾਉਣਾ, ਉੱਥੇ ਸਾਨੂੰ ਪਤਾ ਕਰਨਾ ਪਏਗਾ ਕਿ ਇੱਕ ਦੋ ਭਰਾ ਜਿਹੜੇ ਰਹਿ ਰਹੇ ਨੇ, ਇੱਕ ਹੇਠਲੇ ਫਲੋਰ ਤੇ ਰਹਿ ਰਿਹਾ ਜਾਂ ਬਰਾਬਰ ਘਰ ਦੇ ਵਿੱਚ ਰਹਿ ਰਿਹਾ, ਕਿ ਜਿਹੜਾ ਉੱਪਰਲੇ ਪਾਸੇ ਵਾਸਤੇ ਮੀਟਰ ਅਪਲਾਈ ਕਰ ਰਿਹਾ ਕੀ ਉੱਥੇ ਰਸੋਈ ਬਣੀ ਹੋਈ ਹੈ, ਕੀ ਰਸੋਈ ਵਾਸਤੇ ਵੱਖਰਾ ਕਨੈਕਸ਼ਨ ਇਸ ਤਰ੍ਹਾਂ ਅਸੀਂ ਦੇ ਸਕਦੇ ਹਾਂ ਜਾਂ ਕੋਈ ਦੂਸਰਾ ਹਿੱਸਾ ਬਣਿਆ ਹੋਇਆ। ਇਸ ਤਰ੍ਹਾਂ ਦੇ ਹਿੱਸੇ ਬਣਾ ਕੇ ਕਨੈਕਸ਼ਨ ਜਿਹੜੇ ਨੇ ਹੁਣ 1 ਤੋਂ 2, 3, 4 ਕਨੈਕਸ਼ਨ ਕਰਵਾਉਣ ਦੀ ਦੌੜ ਜਿਹੜੀ ਹੈ ਪੰਜਾਬ ਵਿੱਚ ਲੱਗ ਗਈ ਹੈ। ਪੰਜਾਬ ਸਰਕਾਰ ਵਾਸਤੇ ਨਵੀਂ ਸਿਰਦਰਦੀ ਤੇ ਮਹਿਕਮਾ ਜਿਨ੍ਹਾਂ ਕੋਲ ਇੱਕ ਸਾਦਾ ਜਿਹਾ ਲਫ਼ਜ਼ ਹੁੰਦਾ ਹੈ ਹਮੇਸ਼ਾ ਹੀ, ਸਾਡੇ ਕੋਲ ਸਟਾਫ ਨਹੀਂ ਹੈ, ਸਾਡੇ ਕੋਲ ਸਮਾਨ ਨਹੀਂ ਹੈ, ਸਾਨੂੰ ਆਹ ਲਿਆ ਦਿਓ, ਸਾਨੂੰ ਉਹ ਕਿਸੇ ਤੋਂ ਕਹਾ ਦਿਓ, ਆਹ ਲੈ ਦਿਓ। ਆਮ ਤੌਰ ਤੇ ਜਿਹੜੇ ਕਨੈਕਸ਼ਨ ਜਾਰੀ ਵਗੈਰਾ ਕੀਤੇ ਜਾਂਦੇ ਨੇ, ਖਾਸ ਤੌਰ ਤੇ ਮੋਟਰਾਂ ਦੇ, ਸਾਰਾ ਸਾਜੋ ਸਮਾਨ ਕਨੈਕਸ਼ਨ ਜਿਸ ਦੇ ਨਾਂ ਤੇ ਜਾਰੀ ਕੀਤਾ ਜਾਂਦਾ ਉਸ ਦੇ ਕੋਲੋਂ ਮੰਗਵਾਇਆ ਜਾਂਦਾ ਹੈ ਔਰ ਮਹਿਕਮੇ ਵੱਲੋਂ ਅਸਲ ਵਿੱਚ ਜੋ ਸਮਾਨ ਆਉਣਾ ਹੁੰਦਾ ਪਤਾ ਨਹੀਂ ਕਿੱਥੇ ਕਦੋਂ ਦਾ ਖੁਰਦ-ਬੁਰਦ ਹੋ ਚੁੱਕਾ ਹੁੰਦਾ। ਇਸ ਤਰ੍ਹਾਂ ਦੀ ਹਾਲਤ ਹੈ। ਤਰਸਯੋਗ ਹਾਲਤ ਵੈਸੇ ਮਹਿਕਮੇ ਦੀ ਹੈ, ਪਰ ਹੁਣ ਹੋਰ ਜ਼ਿਆਦਾ ਹੋਣ ਵਾਲੀ ਹੈ ਤੇ ਖਿੱਚੋਤਾਣ ਹੋਵੇਗੀ ਤੇ ਖੱਜਲ ਖੁਆਰੀ ਵੀ ਹੋਵੇਗੀ। ਗਰਮੀਆਂ ਆ ਰਹੀਆਂ ਨੇ ਤੇ ਜਿਨ੍ਹਾਂ ਘਰਾਂ ਵਿੱਚ ਏਸੀ ਲੱਗੇ ਹੋਏ ਨੇ ਉਹ ਹੁਣ ਉਹਨਾਂ ਨੂੰ ਜਰਾ ਸੋਚ ਸਮਝ ਕੇ, ਜਿਹੜੇ ਇਕੱਠੇ ਲਗਵਾ ਲਏ ਸੀ ਤੇ ਲੋਡ ਵੱਡੇ ਵੱਡੇ ਕਰਵਾ ਕੇ ਸਾਰਾ ਕੰਮ ਕੀਤਾ ਹੋਇਆ ਸੀ, ਉਹਨਾਂ ਨੂੰ ਹੁਣ ਦੁਬਾਰਾ ਤੋਂ ਗੌਰ ਕਰਨੀ ਪਏਗੀ ਕਿ ਹੁਣ ਸਾਡਾ ਅਕਸਰ ਬਣੇਗਾ ਕੀ। ਜੀ, ਸਮੇਂ-ਸਮੇਂ ਤੇ ਸਰਕਾਰਾਂ ਦੇ ਫੈਸਲਿਆਂ ਤੇ ਸਵਾਲ ਵੀ ਚੁੱਕਦੇ ਰਵਾਂਗੇ, ਸਹੀ ਨੂੰ ਸਹੀ ਕਹਿੰਦੇ ਰਵਾਂਗੇ, ਗਲਤ ਨੂੰ ਗਲਤ ਕਹਿੰਦੇ ਰਹਾਂਗੇ। ਫਿਲਹਾਲ ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ। ਕੱਲ੍ਹ ਫਿਰ ਨਵੇਂ ਮੁੱਦਿਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।